ਸੋਸ਼ਲ ਪੋਸਟ ਵੇਖ ਰਹੀ ਸਾਰੀ ਆਡੀਅנס ਦਾ ਮੈਂ ਮਨਵੀਰ ਕੌਰ ਸਵਾਗਤ ਕਰਦੀ ਹਾਂ। ਪੰਜਾਬ ਦੀਆਂ ਉਲਝਣਾਂ ਜਿਹੜੀਆਂ ਨੇ ਬਹੁਤ ਵਿਲੱਖਣ ਨੇ। ਭਾਰਤ ਭਰ ਦੇ ਨਾਲੋਂ ਬਹੁਤ ਅਲੱਗ ਨੇ ਪੰਜਾਬ ਦੇ ਮੁੱਦੇ ਔਰ ਉਹਨਾਂ ਮੁੱਦਿਆਂ ਨੂੰ ਲੈ ਕੇ ਕਈ ਤਰ੍ਹਾਂ ਦੇ ਧਰਨੇ ਮੋਰਚੇ ਚੱਲ ਰਹੇ ਨੇ ਜਿਹੜੇ ਲੋੜੀਂਦਾ ਵੀ ਨੇ। ਇਸ ਤੋਂ ਇਲਾਵਾ ਹੋਰ ਵੀ ਕਈ ਪੱਖਾਂ ਤੇ ਆਪਾਂ ਦੇਖੀਏ ਤਾਂ ਪੰਜਾਬ ਭਾਰਤ ਦੇ ਵਿੱਚ ਚੱਲਦੀਆਂ ਹੋਈਆਂ ਜ਼ਿਆਦਾਤਰ ਗਤੀਵਿਧੀਆਂ ਦੇ ਵਿੱਚ ਜ਼ਿਆਦਾਤਰ ਬਹਿਸਾਂ ਦੇ ਵਿੱਚ ਸ਼ਾਮਿਲ ਨਾ ਹੋ ਕੇ ਆਪਣੇ ਲੋਕਲ ਮੁੱਦਿਆਂ ਤੇ ਜ਼ਿਆਦਾ ਫੋਕਸ ਕਰਦਾ ਹੈ। ਪਰ ਜਦੋਂ ਆਪਾਂ ਦੇਖੀਏ ਪੰਜਾਬ ਦਾ ਵੱਡਾ ਮੀਡੀਆ ਵੀ ਤਾਂ ਉਹ ਜ਼ਿਆਦਾਤਰ ਜਿਹੜੇ ਲੋਕ ਨੇ ਉਹਨਾਂ ਨੂੰ ਇੱਕ ਸਸਪੈਂਸ ਦੇ ਵਿੱਚ ਹੀ ਰੱਖਦੇ ਨੇ, ਜਿਵੇਂ ਅੱਜ ਕੱਲ੍ਹ ਨਵਜੋਤ ਸਿੱਧੂ ਦੀ ਰਿਹਾਈ ਹੋਣੀ ਹੈ ਨਹੀਂ ਹੋਣੀ ਹੈ, ਇਸੇ ਸਸਪੈਂਸ ਨੂੰ ਲੋਕਾਂ ਦੇ ਵਿੱਚ ਉਤਾਰਿਆ ਹੋਇਆ ਪਿਛਲੇ ਕਈ ਹਫ਼ਤਿਆਂ ਤੋਂ। ਪਰ ਜਦੋਂ ਆਪਾਂ ਭਾਰਤ ਨੂੰ ਦੇਖਦੇ ਹਾਂ ਤਾਂ ਭਾਰਤ ਅੱਜ ਗਣਤੰਤਰ ਦਿਵਸ ਹੈ। 74ਵੇਂ ਸਾਲ ਦੇ ਵਿੱਚ ਐਜ਼ ਏ ਰਿਪਬਲਿਕ ਐਜ਼ ਏ ਗਣਤੰਤਰ ਆਪਾਂ ਐਂਟਰ ਕਰ ਚੁੱਕੇ ਹਾਂ। ਪਰ ਭਾਰਤ ਦੇ ਵਿੱਚ ਦੋ ਵੱਡੇ ਪਿੱਲਰ, ਸਾਡੀ ਡੈਮੋਕ੍ਰੇਸੀ ਦੇ ਦੋ ਪਿੱਲਰ, ਇੱਕ ਜੁਡੀਸ਼ਰੀ ਔਰ ਦੂਸਰੀ ਸਰਕਾਰ, ਦੋਨਾਂ ਦੇ ਵਿਚਾਲੇ ਇੱਕ ਟਸਲ ਚੱਲਦੀ ਪਈ ਹੈ, ਇੱਕ ਖਿੱਚਾਤਾਣ ਚੱਲਦੀ ਪਈ ਹੈ, ਇੱਕ ਟਕਰਾਵ ਚੱਲ ਰਿਹਾ। ਔਰ ਕਈ ਮੀਡੀਆ ਚੈਨਲਸ ਤਾਂ ਇਹਨੂੰ ਮਹਾਭਾਰਤ ਦੇ ਨਾਮ ਤੋਂ ਵੀ ਦੇਖ ਰਹੇ ਨੇ। ਆਪਾਂ ਚਾਹੁੰਦੇ ਹਾਂ ਕਿ ਪੰਜਾਬ ਵੀ ਇਸ ਟਸਲ ਦਾ, ਇਸ ਬਹਿਸ ਦਾ ਹਿੱਸਾ ਬਣੇ। ਉਹਦੇ ਲਈ ਇੱਕ ਖਾਸ ਪ੍ਰੋਗਰਾਮ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ। ਇਹ ਟਸਲ ਜਿਹੜੀ ਚੱਲ ਰਹੀ ਹੈ ਜੁਡੀਸ਼ਰੀ ਦੇ ਵਿੱਚ ਤੇ ਸਰਕਾਰ ਦੇ ਵਿਚਾਲੇ ਜੱਜਾਂ ਦੀ ਨਿਯੁਕਤੀ ਨੂੰ ਲੈ ਕੇ। ਸਰਕਾਰ ਇਹਦੇ ਵਿੱਚ ਹਿੱਸੇਦਾਰ ਬਣਨਾ ਚਾਹੁੰਦੀ ਹੈ, ਪਰ ਜੁਡੀਸ਼ਰੀ ਸਰਕਾਰ ਦੀ ਹਿੱਸੇਦਾਰੀ ਨੂੰ ਇੰਟਰਫੇਰੈਂਸ ਦਾ ਨਾਮ ਦੇ ਰਹੀ ਹੈ। ਔਰ ਸਰਕਾਰ ਦਾ ਕਹਿਣਾ ਇਹ ਹੈ ਕਿ ਜਿਹੜੇ ਜੱਜਸ ਨੇ, ਇਹ ਜਿਹੜੇ ਕੋਲੀਜੀਅਮ ਸਿਸਟਮ ਦੇ ਥਰੂ ਜੱਜ ਸਿਲੈਕਟ ਕਰਦੇ ਨੇ, ਇਹਦੇ ਵਿੱਚ ਟਰਾਂਸਪੇਰੈਂਸੀ ਨਹੀਂ ਹੈ, ਆਮ ਲੋਕਾਂ ਨੂੰ ਇਹਦੇ ਬਾਰੇ ਕੁਝ ਵੀ ਪਤਾ ਨਹੀਂ ਚੱਲਦਾ। ਸੋ ਇਸੇ ਬਹਿਸ ਨੂੰ ਅੱਗੇ ਵਧਾ ਰਹੇ ਹਾਂ। ਮੇਰੇ ਨਾਲ ਖਾਸ ਮਹਿਮਾਨ ਨੇ ਪੰਜਾਬ ਹਰਿਆਣਾ ਹਾਈ ਕੋਰਟ ਤੋਂ ਸਾਡੇ ਪੰਜਾਬ ਦੇ ਉੱਘੇ ਵਕੀਲ ਐਡਵੋਕੇਟ ਨਵਕਿਰਨ ਸਿੰਘ ਜੀ। ਐਡਵੋਕੇਟ ਸਾਹਿਬ, ਤੁਹਾਡਾ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਰ, ਮੈਂ ਤੁਹਾਡੇ ਤੋਂ ਇੱਥੋਂ ਹੀ ਸ਼ੁਰੂ ਕਰਨਾ ਚਾਹਾਂਗੀ ਕਿ ਸਰਕਾਰ ਔਰ ਜੁਡੀਸ਼ਰੀ ਦੇ ਵਿਚਾਲੇ ਇਹ ਜਿਹੜੀ ਟਸਲ ਹੈ, ਟਕਰਾਵ ਹੈ, ਇਹਨੂੰ ਅਸੀਂ ਆਮ ਲੋਕ, ਭਾਰਤ ਦੇ ਲੋਕ ਇਹਨੂੰ ਕਿਵੇਂ ਦੇਖਣ, ਕਿਹੜੀ ਨਿਗਾਹ 'ਚ ਦੇਖੀਏ? ਸਰਕਾਰ ਕਹਿੰਦੀ ਹੈ ਕਿ ਟਰਾਂਸਪੇਰੈਂਸੀ ਨਹੀਂ ਹੈ ਜੱਜਾਂ ਦੀ ਨਿਯੁਕਤੀ ਦੇ ਵਿੱਚ, ਇਸ ਕਰਕੇ ਕੋਲੀਜੀਅਮ ਸਿਸਟਮ ਦੇ ਵਿੱਚ ਸਰਕਾਰੀ ਨੁਮਾਇੰਦਿਆਂ ਦੀ ਬੜੀ ਐਕਟਿਵ ਪਾਰਟਿਸਿਪੇਸ਼ਨ ਹੋਣੀ ਚਾਹੀਦੀ ਹੈ। ਔਰ ਜੱਜਸ ਦਾ ਕਹਿਣਾ ਇਹ ਹੈ ਕਿ ਅਗਰ ਸਰਕਾਰ ਆਉਂਦੀ ਹੈ ਤਾਂ ਇਹਦੇ ਨਾਲ ਇੰਟਰਫੇਰੈਂਸ ਬਣੇਗੀ। ਤੁਸੀਂ ਇਹਨੂੰ ਕਿਵੇਂ ਪਰਿਭਾਸ਼ਿਤ ਕਰੋਗੇ ਸਾਡੇ ਲਈ? ਮਨਵੀਰ ਜੀ, ਕਿ ਜਦੋਂ ਅਸੀਂ ਦੇਖਦੇ ਹਾਂ ਵੀ ਪੁਰਾਣੇ ਸਮਿਆਂ ਦੇ ਵਿੱਚ, ਜਦੋਂ 93 ਤੋਂ ਪਹਿਲੇ ਜਿਹੜੇ ਜੱਜਸ ਸੀਗੇ ਸੁਪਰੀਮ ਕੋਰਟ ਦੇ ਜਾਂ ਹਾਈ ਕੋਰਟ ਦੇ, ਉਹ ਸਰਕਾਰ ਹੀ ਲਗਾਉਂਦੀ ਸੀ। ਸੋ ਸਰਕਾਰ ਜਿਹੜੀ ਹੈਗੀ ਹੈ, ਜਿਹਨੂੰ ਆਪਾਂ ਕਹਿੰਦੇ ਆ ਜਿਹੜੇ ਸਾਡੇ ਨੁਮਾਇੰਦੇ ਨੇ, ਇਲੈਕਟਿਡ ਨੁਮਾਇੰਦੇ, ਜਾਂ ਜਿਹੜੀ ਸਰਕਾਰ ਸੈਂਟਰ 'ਚ ਹੋਵੇ ਜਾਂ ਜਿਹੜੀ ਸਟੇਟ 'ਚ ਹੋਵੇ, ਉਹ ਰੀਕਮੈਂਡ ਕਰਦੀ ਸੀਗੀ ਜਿਹੜਾ ਹੈਗਾ ਵੀ ਇਹ ਬੰਦੇ ਅਸੀਂ ਲਗਾਉਣਾ ਚਾਹੁੰਦੇ ਹਾਂ ਜੱਜ। ਤੇ ਉਸ ਸਮੇਂ ਵਿੱਚ ਵੀ ਜਿਹੜੇ ਲੋਕ ਸੰਤੁਸ਼ਟ ਨਹੀਂ ਸੀ ਉਸ ਸਿਸਟਮ ਦੇ ਨਾਲ, ਕਿਉਂਕਿ ਲੋਕ ਇਹ ਕਹਿੰਦੇ ਸੀਗੇ ਜੀ ਕਿ ਜਿਹੜੇ ਲੋਕ ਸਰਕਾਰੇ ਦਰਬਾਰੇ ਉਹਨਾਂ ਦੀ ਬੋਲੀ ਬੋਲਦੇ ਨੇ, ਉਹਨਾਂ ਨੂੰ ਸਰਕਾਰਾਂ ਜਿਹੜੀਆਂ ਨੇ ਜੱਜ ਲਗਾਉਣਾ ਚਾਹੁੰਦੀਆਂ, ਕਿਉਂਕਿ ਇਹਦੇ 'ਚ ਸਮਝਣਾ ਪਏਗਾ ਕਿ ਇਸ ਵੇਲੇ ਕੀ ਹਮੇਸ਼ਾ ਹੀ ਇੰਦਰਾ ਗਾਂਧੀ ਵੇਲੇ ਵੀ ਜਿਹੜਾ ਹੈਗਾ ਪ੍ਰੋਬਲਮਸ ਜਦੋਂ ਵੀ ਰਾਈਜ਼ ਹੋਈਆਂ ਨੇ, ਉਦੋਂ ਜਿਹੜੀ ਹੈ ਜੁਡੀਸ਼ਰੀ ਨੇ ਹੀ ਕੋਈ ਨੱਥ ਪਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਜਿਹੜੇ ਰੂਲਰਸ ਨੇ ਉਹ ਬਰਸਰਕ ਨਾ ਜਾਣ ਤੇ ਆਪਣੇ ਹੱਦਾਂ ਦੇ ਵਿੱਚ ਰਹਿਣ। ਤੇ ਉਹ ਸਾਰੀ ਜਿਹੜੇ ਸਿਲਸਿਲੇ ਦੇ ਵਿੱਚ ਇਹਨਾਂ ਨੂੰ, ਜਿਹੜੇ ਪੋਲੀਟੀਸ਼ੀਅਨਸ ਨੇ, ਇਹਨਾਂ ਨੂੰ ਇਹ ਪਤਾ ਹੈ ਕਿ ਜੇ ਡੈਮੋਕ੍ਰੇਸੀ ਨੂੰ ਕੋਈ ਅਪਹੋਲਡ ਕਰ ਸਕਦਾ ਹੈ ਤੇ ਉਹ ਜੁਡੀਸ਼ਰੀ ਕਰ ਸਕਦੀ ਹੈ। ਤੇ ਐਸੇ ਕਰਕੇ ਜਿਹੜੀ ਖਿੱਚੋਤਾਣ ਲੱਗੀ ਹੋਈ ਹੈ ਕਿ ਜੀ ਜਿਹੜਾ ਹੈਗਾ ਸਰਕਾਰ ਦੇ ਕੋਲ ਪਾਵਰਸ ਹੋਣੀਆਂ ਚਾਹੀਦੀਆਂ ਜੱਜਾਂ ਨੂੰ ਅਪਾਇੰਟ ਕਰਨ ਦੀਆਂ, ਤੇ ਸਿਰਫ ਜੱਜਾਂ ਕੋਲ ਨਹੀਂ ਹੋਣੀ ਚਾਹੀਦੀਆਂ। ਜੱਜਾਂ ਨੇ ਸਮਝਿਆ ਕਿ ਇਹ ਬੜਾ ਜ਼ਰੂਰੀ ਹੈ ਕਿ ਜਿਹੜੇ ਜੱਜ ਅਪਾਇੰਟ ਹੋਣ, ਉਹ ਜੇ ਜੱਜਸ ਹੀ ਅਪਾਇੰਟ ਕਰਨ ਤੇ ਜ਼ਿਆਦਾ ਚੰਗਾ ਰਹੇਗਾ, ਤਾਂ ਕਿ ਜਿਹੜਾ ਹੈਗਾ ਉਹ ਸਰਕਾਰੀ ਪੱਖ ਨਾ ਪੂਰਨ। ਸੋ ਜਿਹੜਾ ਚੇਂਜਸ ਆਏ ਨੇ, ਇਹ ਜਿਹੜਾ ਜੁਡੀਸ਼ਰੀ ਨੇ ਇੱਕ ਜਜਮੈਂਟ ਦਿੱਤੀ 1993 ਦੇ ਵਿੱਚ, ਸੁਪਰੀਮ ਕੋਰਟ ਐਡਵੋਕੇਟਸ ਔਨ ਰਿਕਾਰਡ ਦਾ ਕੇਸ ਹੈ। ਉਹਦੇ ਵਿੱਚ ਕਿਉਂਕਿ ਕਨਸਟੀਟਿਊਸ਼ਨ ਵਿੱਚ ਜਦੋਂ ਆਪਾਂ ਦੇਖਦੇ ਹਾਂ, ਇੱਕ ਜਿਹੜੀ ਉਹਦੀ ਧਾਰਾ 124 ਹੈ, 124 ਵਿੱਚ ਵਰਡ ਯੂਜ਼ ਕੀਤਾ ਸੀ, ਐਵਰੀ ਜੱਜ ਆਫ ਦਾ ਸੁਪਰੀਮ ਕੋਰਟ ਸ਼ੈਲ ਬੀ ਅਪਾਇੰਟਡ ਬਾਈ ਦਾ ਪ੍ਰੈਜ਼ੀਡੈਂਟ ਬਾਈ ਵਾਰੰਟ under his hand and seal after consultation with such of the judges।
ਸੋ ਉਸ ਜਜਮੈਂਟ ਦੇ ਰਾਹੀਂ ਸੁਪਰੀਮ ਕੋਰਟ ਨੇ ਕਹਿਤਾ ਕਿ ਉੱਥੇ ਵਰਡ ਜਿਹੜਾ ਕੰਸਲਟੇਸ਼ਨ ਦਾ ਮਤਲਬ ਜਿਹੜਾ ਹੈਗਾ ਉਹ ਕੰਕਰੈਂਸ ਹੈ, ਵੀ ਸਿਰਫ ਕੰਸਲਟੇਸ਼ਨ ਨਹੀਂ ਹੋਏਗੀ, ਪਰ ਸਾਡੀ ਸਹਿਮਤੀ ਦੇ ਬਿਨਾਂ ਨਹੀਂ ਤੁਸੀਂ ਲਗਾ ਸਕਦੇ। ਸੋ ਇੱਕ ਤਰ੍ਹਾਂ ਦਾ ਜੁਡੀਸ਼ਰੀ ਨੇ ਕੋਸ਼ਿਸ਼ ਕੀਤੀ ਕਿ ਅਸੀਂ ਹਾਵੀ ਹੋਈਏ ਅਪਾਇੰਟਮੈਂਟਸ ਵਿੱਚ। ਸੋ ਉਸ ਸਮੇਂ ਤੋਂ ਇਹ ਆਪਸ ਵਿੱਚ ਟਕਰਾਅ ਚੱਲ ਰਿਹਾ, ਤੇ ਜਿਹੜੇ ਸਮੇਂ ਦੀ ਸਰਕਾਰਾਂ ਨੇ ਕੋਸ਼ਿਸ਼ ਕੀਤੀ, ਫਿਰ ਨੈਸ਼ਨਲ ਜੁਡੀਸ਼ੀਅਲ ਅਕਾਊਂਟੇਬਿਲਿਟੀ ਕਮਿਸ਼ਨ ਬਣਿਆ, ਜਿਹੜਾ ਕਿ ਸੁਪਰੀਮ ਕੋਰਟ ਨੇ ਫਿਰ 99 ਦੇ ਵਿੱਚ ਸੈਟੀਸਫਾਈਡ ਕਰਤਾ ਵੀ ਨਹੀਂ, ਇਹ ਨਹੀਂ ਚੱਲੇਗਾ। ਸੋ ਕਿਤੇ ਨਾ ਕਿਤੇ ਟਕਰਾਅ ਹੈਗਾ। ਪਰ ਇਹਦੇ ਸਮਝਣ ਵਾਲੀ ਇਹ ਗੱਲ ਹੈ ਜਿਹੜੀ ਸਭ ਤੋਂ ਇੰਪੋਰਟੈਂਟ ਹੈਗੀ ਕਿ ਜਿਹੜਾ ਗਵਰਨਮੈਂਟ ਇਹ ਪ੍ਰੋਜੈਕਟ ਕਰ ਰਹੀ ਹੈ, ਗਵਰਨਮੈਂਟ ਇਹ ਤਾਂ ਨਹੀਂ ਕਹਿ ਰਹੀ ਕਿ ਜਿਹੜੇ ਜੱਜ ਬਣ ਰਹੇ ਨੇ ਉਹ ਜੱਜ ਚੰਗੀ ਨਹੀਂ ਹੈ, ਕੁਆਲਿਟੀ ਉਹਨਾਂ ਦੀ ਅੱਛੀ ਨਹੀਂ ਹੈ। ਉਹ ਕਹਿ ਰਹੀ ਹੈ ਵੀ ਜਿਹੜੀ ਪੈਂਡਿੰਗ ਲਿਟੀਗੇਸ਼ਨ ਹੈ ਉਹ ਇਸ ਕਰਕੇ ਹੈ ਕਿਉਂਕਿ ਤੁਸੀਂ ਅਪਾਇੰਟਿੰਗ ਅਥਾਰਟੀ ਹੈਗੇ ਹੋ ਤੇ ਛੇਤੀ ਅਪਾਇੰਟਮੈਂਟਸ ਨਹੀਂ ਹੋ ਰਹੀਆਂ। ਇਹ ਉਹਨਾਂ ਦਾ ਬਹਾਨਾ ਗਲਤ ਹੈ, ਕਿਉਂਕਿ ਉਹ ਲੋਕਾਂ ਨੂੰ ਇਹ ਬਲੀਵ ਕਰਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਜਿਹੜੇ ਅਦਾਲਤਾਂ ਦੇ ਵਿੱਚ ਜਿਹੜਾ ਬੈਕਲੌਗ ਇਕੱਠਾ ਹੋਇਆ ਹੈ ਉਹ ਇਸ ਅਪਾਇੰਟਮੈਂਟ ਪ੍ਰੋਸੈਸ ਕਰਕੇ ਹੈ, ਜਿਹੜਾ ਕਿ ਗਲਤ ਹੈ, ਉਹ ਮਿਸਲੀਡਿੰਗ ਹੈ। ਹੁਣ ਸਪੋਜ਼ ਸਾਰੀ ਪਾਵਰ ਆਪਾਂ ਸਰਕਾਰ ਨੂੰ ਦੇ ਦਈਏ ਜਾਂ ਸਾਰੀ ਪਾਵਰ ਜਿਹੜੀ ਹੈ ਉਹ ਜੁਡੀਸ਼ਰੀ ਨੂੰ ਦੇ ਦਈਏ, ਉਹਦੇ ਨਾਲ ਜਿਹੜੇ ਨੰਬਰ ਆਫ ਕੇਸਿਸ ਨਹੀਂ ਘਟ ਜਾਣੇ ਨੇ, ਉਹਦੇ ਨਾਲ ਨੰਬਰ ਆਫ ਵਰਕਿੰਗ ਆਵਰਸ ਨਹੀਂ ਘਟ ਜਾਣੇ, ਉਹਦੇ ਨਾਲ ਨੰਬਰ ਆਫ ਜੱਜਸ ਨਹੀਂ ਵੱਧ ਜਾਣੇ। ਜੁਡੀਸ਼ਰੀ ਦੇ ਵਿੱਚ ਤਾਂ ਜਿੰਨੀਆਂ ਪੋਸਟ ਰਿਕਮੈਂਡਡ ਹੈਗੀਆਂ ਨੇ ਉਨੀਆਂ ਹੀ ਰਹਿਣੀਆਂ ਨੇ। ਸੋ ਇਹ ਸਰਕਾਰ ਕਿਵੇਂ ਕਹਿ ਸਕਦੀ ਹੈ ਜੀ ਕਿ ਲਿਟੀਗੇਸ਼ਨ ਇਸ ਕਰਕੇ ਜ਼ਿਆਦਾ ਪੈਂਡੈਂਸੀ ਜ਼ਿਆਦਾ ਹੈ ਕਿਉਂਕਿ ਤੁਹਾਡਾ ਜਿਹੜਾ ਅਪਾਇੰਟਮੈਂਟ ਦਾ ਪ੍ਰੋਸੀਜਰ ਗਲਤ ਹੈ ਜਾਂ ਟਰਾਂਸਪੇਰੈਂਟ ਨਹੀਂ ਹੈ। ਸੋ ਇਹ ਦੋ ਬੇਸਿਕਲੀ ਗੱਲਾਂ ਆ ਰਹੀਆਂ ਨੇ। ਜਿਹੜੀ ਟਰਾਂਸਪੇਰੈਂਸੀ ਦੀ ਗੱਲ ਹੈਗੀ ਹੈ, ਜਿੰਨੀ ਵੀ ਜੱਜਸ ਦੀ ਅਪਾਇੰਟਮੈਂਟ ਅੱਜ ਦੀ ਤਰੀਕ ਹੁੰਦੀ ਹੈ ਉਹ ਹਾਈ ਕੋਰਟ ਲੈਵਲ ਤੇ ਜੇ ਹੋਵੇ ਤੇ ਪਹਿਲੇ ਜਿਹੜੇ 3 ਜੱਜ ਨੇ ਹਾਈ ਕੋਰਟ ਦੇ ਉਹ ਨੇਮ ਰਿਕਮੈਂਡ ਕਰਦੇ ਨੇ। ਉਹ ਨੇਮ ਜਿਹੜੀ ਰਿਕਮੈਂਡੇਸ਼ਨ ਹੈ ਐਂਡ ਉਹਦੀ ਰਿਕਮੈਂਡੇਸ਼ਨ ਤੋਂ ਪਹਿਲੇ ਜਿਹੜੀ ਹੈਗੀ ਇੰਟੈਲੀਜੈਂਸ ਰਿਪੋਰਟ ਕਾਲ ਕੀਤੀ ਜਾਂਦੀ ਹੈ, ਕਿਉਂਕਿ ਜਦੋਂ ਸ਼ਾਰਟ ਲਿਸਟਿੰਗ ਕਰਦੇ ਨੇ ਕੋਲੀਜੀਅਮ ਜਿਹੜਾ 3 ਜੱਜਸ ਹੈ ਹਾਈ ਕੋਰਟ ਦਾ, ਉਹ ਸਪੋਜ਼ ਉਹਨਾਂ ਨੂੰ ਆਉਂਦੀ ਹੈ ਜੀ ਕਿ ਇੰਨੀ ਵੈਕੈਂਸੀ ਹੈ ਫਿਲ ਕਰਨੀ ਹੈ, ਤਾਂ ਉਹ ਸ਼ਾਰਟ ਲਿਸਟਿੰਗ ਕਰ ਲੈਂਦੇ ਨੇ ਤਿੰਨੋਂ ਬੈਠ ਕੇ। ਬਾਕੀ ਨਾਲ ਵੀ ਅਨਅਫੀਸ਼ੀਅਲੀ ਗੱਲ ਕਰਦੇ ਹੋਣਗੇ ਲੇਕਿਨ ਤਿੰਨੋਂ ਦੀ ਮੇਨ ਚੱਲਦੀ ਹੈ। ਐਂਡ ਇਹ ਵੀ ਸਾਰਿਆਂ ਵਿੱਚ ਸੁਣਨ ਨੂੰ ਆਉਂਦਾ ਹੈ ਕਿ ਜਿਹੜੇ ਸੁਪਰੀਮ ਕੋਰਟ ਦੇ ਜੱਜ ਬੈਠੇ ਹੁੰਦੇ ਨੇ, ਜਿਹੜੇ ਇਸ ਹਾਈ ਕੋਰਟ ਤੋਂ ਗਏ ਹੁੰਦੇ ਨੇ, ਉਹ ਵੀ ਆਪਣਾ ਅਸਰ ਰਸੂਖ ਪਾਉਂਦੇ ਨੇ ਕਿ ਤੁਸੀਂ ਇਹਨਾਂ ਬੰਦਿਆਂ ਨੂੰ ਵੀ ਜਿਹੜਾ ਰਿਕਮੈਂਡ ਕਰ ਸਕਦੇ ਹੋ ਤੇ ਕਰ ਦਿਓ। ਹਾਲਾਂਕਿ ਡਾਇਰੈਕਟ ਇੰਟਰਫੇਰੈਂਸ ਨਹੀਂ ਹੈ, ਪਰ ਜਿਹੜਾ ਚੀਫ ਜਸਟਿਸ ਹੈਗਾ ਹਾਈ ਕੋਰਟ ਦਾ ਇੱਕ ਪਾਰਟਿਕੂਲਰ, ਕਿਉਂਕਿ ਉਹਦਾ ਨੈਕਸਟ ਜਿਹੜੀ ਸਟੈਪ ਹੁੰਦਾ ਉਹ ਸੁਪਰੀਮ ਕੋਰਟ ਜਾਣ ਦੀ ਆਸ ਹੁੰਦੀ ਹੈ, ਤੇ ਇਸ ਕਰਕੇ ਉਹ ਸੁਪਰੀਮ ਕੋਰਟ ਦੇ ਜੱਜਸ ਵੀ ਉੱਤੇ ਅਸਰ ਕਰਦੇ ਨੇ। ਬਟ ਐਨੀਵੇ, ਬਿਫੋਰ ਦ ਨੇਮਸ ਆਰ ਰਿਕਮੈਂਡਡ ਆਈਬੀ ਦੀ ਰਿਪੋਰਟ ਕਾਲ ਕੀਤੀ ਜਾਂਦੀ ਹੈ ਵੀ ਇਹ ਅਸੀਂ ਜਿਹੜਾ ਹੈਗਾ ਬੰਦੇ ਰਿਕਮੈਂਡ ਕਰਨਾ ਚਾਹੁੰਦੇ ਹਾਂ। ਬਾਰ ਕਾਉਂਸਲ ਤੋਂ ਵੀ ਪਤਾ ਕੀਤਾ ਜਾਂਦਾ ਵੀ ਪ੍ਰੋਫੈਸ਼ਨਲ ਮਿਸਕੰਡਕਟ ਤਾਂ ਨਹੀਂ ਹੈਗਾ ਇਸ ਲਾਇਰ ਦਾ ਕੋਈ। ਫਿਰ ਜਿਹੜਾ ਆਈਬੀ ਤੇ ਰਿਪੋਰਟ ਕਾਲ ਕੀਤੀ ਜਾਂਦੀ ਵੀ ਕੋਈ ਕਰਪਸ਼ਨ ਚਾਰजेस ਹੋਣ ਜਿਹੜੇ ਹਿਡਨ ਹੋਣ, ਜਿਹੜੇ ਸਾਨੂੰ ਨਾ ਪਤਾ ਹੋਣ, ਨੌਲੇਜ ਨਾ ਹੋਣ, ਉਹਦੇ ਬਾਰੇ ਦੱਸੋ। ਫਿਰ ਉਹ ਨੇਮ ਰਿਕਮੈਂਡ ਕਰਕੇ 3 ਜੱਜਸ ਹਾਈ ਕੋਰਟ ਦੇ ਸੁਪਰੀਮ ਕੋਰਟ ਨੂੰ ਭੇਜਦੇ ਨੇ। ਸੁਪਰੀਮ ਕੋਰਟ ਦਾ ਜਿਹੜਾ ਕੋਲੀਜੀਅਮ ਹੈ ਉਹ ਫਸਟ 5 ਜੱਜਸ ਦਾ। ਫਿਰ ਫਸਟ 5 ਜੱਜਸ ਜਿਹੜੇ ਨੇ ਉਸ ਕੋਲੀਜੀਅਮ ਨੂੰ ਕੰਸੀਡਰ ਕਰਦੇ ਨੇ, ਉਹ ਜਿਹੜੇ ਨੇਮ ਭੇਜੇ ਗਏ ਹੁੰਦੇ ਨੇ, ਫਿਰ ਉਹ ਨਾਮ ਭੇਜ ਕੇ ਜਿਹੜੇ ਸਰਕਾਰ ਨੂੰ ਭੇਜਦੇ ਨੇ। ਸਰਕਾਰ ਜਿਹੜੀ ਆਪਣੀ ਆਬਜੈਕਸ਼ਨ ਲਗਾ ਸਕਦੀ ਹੈ। ਇਹ ਵੀ ਸੌਰੀ ਮੈਂ ਇੱਕ ਸਟੈਪ ਕੁਝ ਦੱਸਣਾ ਭੁੱਲ ਗਿਆ ਕਿ ਉਸ ਤੋਂ ਪਹਿਲੇ ਜਦੋਂ ਹਾਈ ਕੋਰਟ ਦੀ ਕੋਲੀਜੀਅਮ ਭੇਜਦੀ ਹੈ ਨਾਮ, ਤਾਂ ਪੰਜਾਬ ਤੇ ਹਰਿਆਣਾ ਦੇ ਚੀਫ ਜਸਟਿਸ ਚੀਫ ਮਿਨਿਸਟਰਸ ਕੋਲ ਫਾਈਲ। ਸੋ ਜਿਹੜੀ ਸਟੇਟਸ ਹੁੰਦੀਆਂ ਨੇ ਉੱਥੇ ਉਹ ਵੀ ਆਬਜੈਕਸ਼ਨ ਰੇਜ਼ ਕਰ ਸਕਦੇ ਨੇ। ਸੋ ਆਪਣੇ ਨਾਲ ਨੋਟ ਦੇ ਸਕਦੇ ਨੇ, ਉਹ ਨੋਟ ਜਿਹੜਾ ਅੱਗੇ ਪੁੱਟ ਅਪ ਹੁੰਦਾ। ਸੋ ਸਾਰੀ ਪ੍ਰਕਿਰਿਆ ਜਿਹੜੀ ਹੈਗੀ ਉਹਦੇ ਵਿੱਚ ਲੈਜਿਸਲੇਚਰ ਵੀ ਇਨਵੋਲਵਡ ਹੈ, ਜੁਡੀਸ਼ਰੀ ਵੀ ਇਨਵੋਲਵਡ ਹੈ। ਉਹਨਾਂ ਸਾਰਿਆਂ ਦੀ ਮਿਲੀ ਭੁਗਤ ਤੋਂ ਬਾਅਦ ਜਿਹੜੀ ਹੈਗੀ ਜਦ ਤੱਕ ਉਹ ਛਾਨਿਆਂ ਦੇ ਵਿੱਚੋਂ ਨਿਕਲਦਾ ਬੰਦਾ, ਫਿਰ ਅਲਟੀਮੇਟਲੀ ਜੇ ਸੈਂਟਰਲ ਗਵਰਨਮੈਂਟ ਜਿਹੜੀ ਹੈਗੀ ਹੈ, ਜਿਹੜੀ ਲਾਅ ਮਿਨਿਸਟਰੀ ਕਲੀਅਰ ਕਰਦੇ ਤੇ ਪ੍ਰੈਜ਼ੀਡੈਂਟ ਜਿਹੜਾ ਹੈਗਾ ਵਾਰੰਟ ਸਾਈਨ ਕਰਦਾ। ਹੁਣ ਮੈਂ ਸਮਝਦਾ ਵੀ ਇਹ ਜਿੰਨੇ ਛਾਨਨੇ ਲੱਗੇ ਹੋਏ ਨੇ ਇਹ ਕਾਫੀ ਨੇ। ਜਿਹੜੇ ਹੁਣ ਲੋਕ ਬੰਦ ਕੇ ਆ ਰਹੇ ਹੋਏ, ਮੇਰੀ ਗੱਲ ਲੰਬੀ ਹੋ ਰਹੀ ਹੈ, ਸ਼ਾਇਦ ਤੁਹਾਡੇ ਸਵਾਲ ਦਾ ਲੋੜ ਨਹੀਂ ਹੈ। ਗੱਲ ਆਪਣੀ ਨਹੀਂ ਪਲੀਜ਼ ਕੰਟੀਨਿਊ ਸਰ।
ਪਲੀਜ਼ ਕੰਟੀਨਿਊ ਸਰ। ਪਰ ਮੈਂ ਇੱਥੇ ਇੱਕ ਚੀਜ਼ ਜਾਣਨਾ ਚਾਹਾਂਗੀ ਵਿੱਚ ਹਾਂਜੀ ਹਾਂਜੀ ਕਿ ਜਿਹੜੇ ਹੁਣ ਅੱਜ ਦੇ ਦਿਨ ਦੇ ਵਿੱਚ ਰੌਲਾ ਪਿਆ ਹੈ ਕਿ ਜਿਸ ਤਰ੍ਹਾਂ ਇਹੀ ਪ੍ਰੋਸੈਸ ਨੂੰ ਫੋਲੋ ਕੀਤਾ ਗਿਆ ਜੋ ਤੁਸੀਂ ਦੱਸਿਆ ਕਿ ਹਾਈ ਕੋਰਟ ਦੇ 3 ਜੱਜ ਸਿਲੈਕਟ ਕਰਦੇ ਨੇ ਔਰ ਫਰਦਰ ਮੂਵ ਔਨ ਹੁੰਦਾ ਔਰ ਇਸੇ ਤਰ੍ਹਾਂ ਸੁਪਰੀਮ ਕੋਰਟ ਦੇ ਵਿੱਚ ਸਰ ਜਿਹੜੇ ਜੱਜਿਸ ਦੀ ਇੱਕ ਉਹ ਆਈਬੀ ਰਿਪੋਰਟ ਦੇ ਵਿੱਚ ਹੁਣ ਲੇਟਲੀ ਆਇਆ ਹੈ ਕਿ ਕੁਝ ਜੱਜਿਸ ਦੀ ਸੈਕਸ਼ੂਅਲ ਓਰੀਐਂਟੇਸ਼ਨ ਤੇ ਪਬਲਿਕ ਹੋਇਆ ਡਾਟਾ, ਉਹਨਾਂ ਨੇ ਕੁਝ ਵਿਚਾਰ ਪ੍ਰਗਟ ਕੀਤੇ ਸੀ ਸੋਸ਼ਲ ਮੀਡੀਆ ਤੇ ਜਿਹੜੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦੇ ਕ੍ਰਿਟਿਕ ਜਾਂ ਕ੍ਰਿਟਿਸਿਜ਼ਮ ਦੇ ਵਿੱਚ ਜਾਂਦੇ ਸੀ। ਸੋ ਇਹ ਚੀਜ਼ਾਂ ਵੀ ਮੈਟਰ ਕਰਦੀਆਂ ਨੇ ਜਾਂ ਕਰਨੀਆਂ ਚਾਹੀਦੀਆਂ ਨੇ ਜਾਂ ਨਹੀਂ ਹੋਣੀਆਂ ਚਾਹੀਦੀਆਂ, ਕਿਉਂਕਿ ਇੱਥੇ ਇੱਕ ਤਰ੍ਹਾਂ ਦੀ ਰੋਕ ਲਾਈ ਗਈ ਹੈ ਵੀ ਇਹ ਜੱਜਿਸ ਸਰਕਾਰ ਦੇ ਖਿਲਾਫ ਭੁਗਤ ਸਕਦੇ ਨੇ ਕੱਲ ਨੂੰ ਆ ਕੇ। ਦੇਖੋ, ਉਹ ਜਿਹੜਾ ਸੁਪਰੀਮ ਕੋਰਟ ਨੇ ਜਾਂ ਚੀਫ ਜਸਟਿਸ ਆਫ ਇੰਡੀਆ ਨੇ ਟਰਾਂਸਪੇਰੈਂਸੀ ਦੇ ਨਾਮ ਤੇ ਆਈਬੀ ਦੀ ਰਿਪੋਰਟ ਜਿਹੜੀ ਹੈ ਰਿਲੀਜ਼ ਕੀਤੀ ਹੈ, ਉਹਦੇ ਦੋ ਮੰਤਵ ਨੇ। ਇੱਕ ਤਾਂ ਚਲੋ ਟਰਾਂਸਪੇਰੈਂਸੀ ਵੀ ਹੋਣੀ ਚਾਹੀਦੀ ਹੈ ਵੀ ਜੇ ਸਪੋਜ਼ ਕਿਸੇ ਬੰਦੇ ਨੂੰ ਵੈਸੇ ਤਾਂ ਆਈਬੀ ਦੀ ਰਿਪੋਰਟ ਸਾਰਿਆਂ ਦੀ ਹੀ ਹੋਣੀ ਚਾਹੀਦੀਆਂ ਨੇ। ਉਹਦਾ ਕਾਰਨ ਕੀ ਹੈ? ਸਪੋਜ਼ ਕਿਸੇ ਬੰਦੇ ਦਾ ਨਾਮ ਜਾਂਦਾ, ਆਈਬੀ ਦੀ ਰਿਪੋਰਟ ਬਾਇਸਡ ਹੈ, ਤਾਂ ਉਸ ਬੰਦੇ ਨੂੰ ਤੁਸੀਂ ਕਹੋਗੇ ਤਾਂ ਸਹੀ ਵੀ ਭਰਾਵਾ ਤੇਰੇ ਖਿਲਾਫ ਇਹ ਰਿਪੋਰਟ ਆਈ ਹੈ, ਉਹਨੂੰ ਕੋਈ ਮੌਕਾ ਤਾਂ ਦਿਓਗੇ ਉਹ ਵੀ ਸੱਚ ਪੇਸ਼ ਆਪਣਾ ਕਰ ਸਕੇ। ਸੋ ਜਿਹੜਾ ਚੀਫ ਜਸਟਿਸ ਆਫ ਇੰਡੀਆ ਦਾ ਜਿਹੜਾ ਐਕਸ਼ਨ ਹੈ ਆਈਬੀ ਦੀ ਰਿਪੋਰਟ ਨੂੰ ਜਨਤਕ ਕਰਨਾ, ਉਹ ਠੀਕ ਹੈ। ਪਰ ਸਰਕਾਰ ਨੂੰ ਇਹ ਲੱਗਿਆ ਵੀ ਕਿਉਂਕਿ ਅਸੀਂ ਸੀਏ ਕਰਕੇ ਆਬਜੈਕਸ਼ਨ ਲਾਈ ਸੀ ਤੇ ਅਸੀਂ ਵੀ ਨੰਗੇ ਹੋਏ ਆ ਉਹਦੇ ਵਿੱਚ, ਤਾਂ ਸਰਕਾਰ ਬੁਰਾ ਮਨਾ ਰਹੀ ਹੈ। ਤਾਂ ਹੀ ਕਿਰਨ ਰਿਜੀਜੂ ਨੇ ਕਿਹਾ ਜੀ ਕਿ ਇਹ ਜਨਤਕ ਕਰਨਾ ਚੰਗਾ ਨਹੀਂ ਹੈ, ਕਿਉਂਕਿ ਤੁਹਾਡੇ ਆਬਜੈਕਸ਼ਨ ਜਿਹੜੇ ਨੇ ਉਹ ਬੜੇ ਹੀ ਅਜੀਬ ਨੇ। ਸੀਏ ਦੇ ਖਿਲਾਫ ਜੇ ਸਪੋਜ਼ ਇੱਕ ਜੱਜ ਜਦੋਂ ਕਿ ਉਹ ਐਜ਼ ਅ ਲਾਇਰ ਸੀਗਾ, ਹੈ ਨਾ ਜੀ, ਅਗਰ ਉਹਨੇ ਪਰਸਨਲ ਅਗਰ ਵਿਚਾਰ ਵਿਅਕਤ ਕੀਤੇ ਨੇ ਤੇ ਕੀ ਤੁਸੀਂ ਉਹਨੂੰ ਜੱਜ ਨਹੀਂ ਬਣਾਓਗੇ? ਜਾਂ ਸੈਕਸ਼ੂਅਲ ਓਰੀਐਂਟੇਸ਼ਨ ਕਰਕੇ ਅਸੀਂ ਜੱਜ ਨਹੀਂ ਬਣਾਓਗੇ? ਸੋ ਲੋਕਾਂ ਨੂੰ ਵੀ ਪਤਾ ਚੱਲਣਾ ਚਾਹੀਦਾ ਵੀ ਕਿਸ ਤਰ੍ਹਾਂ ਦੀ ਆਬਜੈਕਸ਼ਨ ਜਿਹੜੀਆਂ ਹੈਗੀਆਂ ਨੇ ਆਈਬੀ ਲਗਾਉਂਦੀ ਹੈ ਜਾਂ ਰॉ ਲਗਾਉਂਦੀ ਹੈ, ਕਿ ਲੋਕ ਵੀ ਜਾਣਨਾ ਚਾਹਣਗੇ ਵੀ ਸਾਡੀ ਸਰਕਾਰਾਂ ਕਿਸ ਤਰ੍ਹਾਂ ਦੀ ਆਬਜੈਕਸ਼ਨ ਲਾਉਂਦੀਆਂ। ਸੋ ਇਹਦੇ 'ਚ ਕੋਈ ਗਲਤ ਗੱਲ ਨਹੀਂ ਹੈ। ਤੇ ਉਹਦੇ ਬਾਵਜੂਦ ਜਿਹੜਾ ਇੱਕ ਚੀਜ਼ ਮੈਂ ਹੋਰ ਜਾਣਨੀ ਚਾਹਾਂਗੀ ਕਿ ਇੱਕ ਪੱਖ ਇਹ ਵੀ ਕਹਿੰਦਾ ਹੈ ਕਿ ਇੱਕ ਕੋਲੀਜੀਅਮ ਸਿਸਟਮ, ਕਿ ਜੱਜ ਆਪਸ ਦੇ ਵਿੱਚ ਬੈਠ ਕੇ ਹੀ ਆਪਣੇ ਵਿੱਚੋਂ ਆਪਣੇ ਚਹੇਤਿਆਂ ਨੂੰ, ਇਹ ਵੀ ਇਲਜ਼ਾਮ ਜੇ ਆਉਂਦੇ ਨੇ ਅਖਬਾਰਾਂ ਦੇ ਵਿੱਚ, ਕਈ ਆਰਟੀਕਲਸ ਦੇ ਵਿੱਚ ਕਈ ਥਾਵਾਂ ਤੇ ਪੜਨ ਨੂੰ ਮਿਲਿਆ ਹੈ ਕਿ ਉਹਨਾਂ ਨੂੰ ਜੱਜ ਨਿਯੁਕਤ ਕਰ ਲੈਂਦੇ ਨੇ। ਇੱਥੇ ਕੋਈ ਵੀ ਮੈਰਿਟ ਨਹੀਂ ਹੈ, ਕੋਈ ਕ੍ਰਾਈਟੇਰੀਆ ਪੇਸ਼ ਨਹੀਂ ਕੀਤਾ ਗਿਆ ਜਨਤਾ ਦੇ ਅੱਗੇ ਕਿ ਕਿਹੜੇ ਬਿਹਾਫ ਤੇ ਇਹ ਸਿਲੈਕਸ਼ਨ ਹੁੰਦੀ ਹੈ, ਕਿਹੜੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਿਆ ਜਾਂਦਾ ਹੈ ਜੀ। ਦੇਖੋ, ਮੈਂ ਜਸਟਿਸ ਰੁਪਿੰਦਰ ਸੋਢੀ ਹੋਰਾਂ ਦੀ ਵੀ ਇੰਟਰਵਿਊ ਸੁਣੀ ਹੈ। ਜਸਟਿਸ ਰੁਪਿੰਦਰ ਸੋਢੀ ਹੋਰਾਂ ਨੇ ਕਿਹਾ ਹੈ ਵੀ ਇੱਕ ਤੁਸੀਂ ਨਾਲ ਸੈਕਟਰੀਏਟ ਬਣਾ ਲਓ ਜਿਹਦੇ ਵਿੱਚ ਤੁਸੀਂ ਸ਼ਾਰਟ ਲਿਸਟ ਕਰਿਆ ਕਰੋ ਵੀ ਕਿਹੜੇ ਕਿਹੜੇ ਵਕੀਲ ਕਾਬਲ ਨੇ। ਤੁਹਾਡੇ ਕੋਲ ਇੱਕ ਲਿਸਟ ਤਿਆਰ ਹੋਵੇ ਵੀ ਕ੍ਰਾਈਟੇਰੀਆ ਫਿਕਸ ਕਰ ਦਿਓ, ਉਸ ਕ੍ਰਾਈਟੇਰੀਆ ਵਾਸਤੇ ਤੁਹਾਡੇ ਕੋਲ ਸੈਕਟਰੀਏਟ ਹੋਵੇ। ਉਹ ਵੀ ਇੱਕ ਅੱਛਾ ਸੁਝਾਅ ਹੈ। ਲੇਕਿਨ ਜਿਹੜਾ ਹੈਗਾ ਸ਼ਾਰਟ ਲਿਸਟਿੰਗ ਤਾਂ ਪਹਿਲੇ ਵੀ ਹੁੰਦੀ ਹੈ। ਹੁਣ ਇਹ ਜਿਹੜਾ ਕਹਿਣਾ ਹੈ ਕਿ ਚੰਗੇ ਜੱਜ ਨਹੀਂ ਬਣ ਰਹੇ, ਇਹ ਗੱਲ ਜਿਹੜੀ ਹੈ ਕਿਤੇ ਇਹ ਗੱਲ ਆਈ ਨਹੀਂ ਹੈ। ਹਾਂ, ਚਹੇਤੇ ਤਾਂ ਬੰਦੇ ਹੀ ਨੇ, ਪਹਿਲੇ ਸਰਕਾਰਾਂ ਦੇ ਚਹੇਤੇ ਬੰਦੇ ਸੀਗੇ, ਹੁਣ ਜੱਜਾਂ ਦੇ ਚਹੇਤੇ ਬੰਦੇ ਨੇ। ਪਰ ਕੀ ਉਹ ਚਹੇਤੇ ਬੰਦੇ ਕਾਬਲ ਹੈ ਜਾਂ ਨਹੀਂ ਹੈ, ਤੁਸੀਂ ਇਹ ਦੇਖਣਾ। ਹੁਣ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਵਾਂਗਾ। ਹੁਣ ਜਿਹੜੇ ਪਿਛਲੇ ਸਮੇਂ ਦੇ ਵਿੱਚ ਪੰਜਾਬ ਹਰਿਆਣਾ ਵਿੱਚ ਜਿਹੜੇ ਜੱਜ ਬਣ ਰਹੇ ਨੇ, ਉਹਨਾਂ ਜੱਜਾਂ ਚੋਂ ਕਾਫੀ ਜੱਜ ਆਰਐਸਐਸ ਦੇ ਵੀ ਹੈਗੇ ਨੇ। ਪਰ ਕੀ ਆਰਐਸਐਸ ਬੈਕਗ੍ਰਾਉਂਡ ਵਾਲਾ ਬੰਦਾ ਕੀ ਅੱਛਾ ਜੱਜ ਨਹੀਂ ਹੋ ਸਕਦਾ? ਸੋ ਜੇ ਸਿਰਫ ਜੱਜਾਂ ਦੇ ਚਹੇਤੇ ਲੱਗਣੇ ਹੁੰਦੇ ਤੇ ਆਰਐਸਐਸ ਦੇ ਕਿਵੇਂ ਲੱਗ ਜਾਂਦੇ? ਨੰਬਰ 2, ਕਿ ਜਿਹੜੀ ਐਨਜੇਏਸੀ ਦੀ ਜਜਮੈਂਟ ਹੈ 1999 ਵਾਲੀ, ਉਹਦੇ ਵਿੱਚ ਇੱਕ ਜਸਟਿਸ ਆਦਰਸ਼ ਕੁਮਾਰ ਗੋਇਲ ਸੀ ਜਿਨ੍ਹਾਂ ਨੇ ਸੈਟੀਸਾਈਡ ਕਰਨ ਵਿੱਚ ਰੋਲ ਅਦਾ ਕੀਤਾ। ਹੁਣ ਉਹ ਆਰਐਸਐਸ ਦੇ ਬੰਦੇ ਸੀਗੇ। ਸੋ ਇਹ ਜ਼ਰੂਰੀ ਨਹੀਂ ਕਿ ਆਰਐਸਐਸ ਦਾ ਬੰਦਾ ਜਾਂ ਕਿ ਇੱਕ ਡਿਫਰੈਂਟ ਓਰੀਐਂਟੇਸ਼ਨ ਦਾ ਬੰਦਾ ਐਜ਼ ਅ ਜੱਜ ਅੱਛਾ ਸਾਬਤ ਨਹੀਂ ਹੋ ਸਕਦਾ। ਅੱਛਾ ਜੱਜ ਜਿਹੜਾ, ਕਿਉਂਕਿ ਜੱਜ ਦਾ ਬਣਿਆ ਹੋਇਆ ਕਨਸਟੀਟਿਊਸ਼ਨ ਦਾ, ਤੁਸੀਂ ਕਨਸਟੀਟਿਊਸ਼ਨ ਦੇ ਆਧਾਰ ਤੇ ਆਪਣਾ ਨਿਆਂ ਕਰਨਾ। ਸੋ 99% ਕੇਸਿਸ ਦੇ ਵਿੱਚ ਤੁਹਾਡੇ ਕੋਲ ਇੱਧਰ ਉੱਧਰ ਤੁਸੀਂ ਜਾ ਹੀ ਨਹੀਂ ਸਕਦੇ। ਹਾਂ, ਕਿਧਰੇ ਜਿੱਥੇ ਤੁਹਾਡੇ ਕੋਲ ਥੋੜੀ ਬਹੁਤੀ ਪਾਵਰਸ ਹੁੰਦੀਆਂ ਨੇ ਤੁਸੀਂ ਆਪਣਾ ਗੱਲ ਨੂੰ ਮੋੜ ਸਕਦੇ ਹੋ। ਲੇਕਿਨ ਜਿਹੜੀ ਓਰੀਐਂਟੇਸ਼ਨ ਵਾਲੇ ਗੱਲ ਹੈਗੀ ਆ, ਓਰੀਐਂਟੇਸ਼ਨ ਵਾਲੇ ਬੰਦੇ ਤਾਂ ਹਰੇਕ ਹੋਣਗੇ, ਪਰਸਨਲ ਵਿਊਜ਼ ਵਾਲੇ ਤਾਂ ਹੁੰਦੇ ਹੀ ਹੁੰਦੇ ਨੇ। ਪਰਸਨਲ ਬਾਇਸਿਸ, ਪ੍ਰੈਜੁਡਿਸਿਸ ਹਰੇਕ ਬੰਦਾ ਕੈਰੀ ਕਰਦਾ ਹੈ, ਭਾਵੇਂ ਉਹਨੂੰ ਐਗਜ਼ਿਬਿਟ ਕਰੇ ਜਾਂ ਨਾ ਕਰੇ। ਕਈ ਲੋਕਾਂ ਨੂੰ ਤੁਹਾਨੂੰ ਪਤਾ ਨਹੀਂ ਹੁੰਦਾ
ਜੋ ਜੱਜ ਬੰਦੇ ਤੁਹਾਨੂੰ ਲੱਗਦਾ ਯਾਰ ਇਹ ਤਾਂ ਬੰਦਾ ਬੜਾ ਮਾੜਾ ਸੀਗਾ, ਤੁਸੀਂ ਜਾਣੋਗੇ ਕਿਵੇਂ? ਬੰਦਾ ਆਪਣੀ ਓਰੀਐਂਟੇਸ਼ਨ ਛੁਪਾਉਣਾ ਚਾਹੇ ਤੇ ਛੁਪਾ ਸਕਦਾ। ਐਡਵੋਕੇਟ ਸਾਹਿਬ, ਦੋ ਚੀਜ਼ਾਂ ਹੋਰ ਨੇ ਇਹਦੇ ਵਿੱਚ। ਇੱਕ ਪੱਖ ਇਹ ਵੀ ਆ ਰਿਹਾ ਹੈ ਕਿ ਕਨਸਟੀਟਿਊਸ਼ਨ ਨੂੰ ਲੈ ਕੇ, ਕਿ ਜਿਹੜਾ ਕੋਲੀਜੀਅਮ ਸ਼ਬਦ ਹੈ ਜਾਂ ਕੋਲੀਜੀਅਮ ਸੈਟਅਪ ਹੈ, ਇਹ ਤਾਂ ਸੰਵਿਧਾਨ ਦੇ ਵਿੱਚ ਕਿਤੇ ਵੀ ਨਹੀਂ ਹੈ। ਸੋ ਇਹ ਗੈਰ ਸੰਵਿਧਾਨਿਕ ਹੈ। ਇੱਕ ਬਹੁਤ ਵੱਡੀ ਸਟੇਟਮੈਂਟ ਹੈ, ਕਈ ਜਿਹੜੇ ਉੱਗੇ ਇਹਦੇ ਵਿੱਚ ਟੈਕਨੀਕਲ ਲੋਕ ਨੇ ਉਹਨਾਂ ਵੱਲੋਂ ਇਹ ਸਟੇਟਮੈਂਟ ਦਿੱਤੀ ਗਈ ਹੈ। ਔਰ ਦੂਸਰਾ ਸਰ, ਨਾਲ ਦੀ ਨਾਲ ਇਹ ਵੀ ਚੀਜ਼ ਕਹੀ ਜਾ ਰਹੀ ਹੈ ਕਿ ਜਿਹੜੇ ਜੱਜਿਸ ਆ, ਇਹ ਸਰਕਾਰ ਆਪਣੇ ਇਸ ਕਰਕੇ ਲਾਉਣਾ ਚਾਹੁੰਦੀ ਹੈ ਤਾਂ ਕਿ ਲੋੜ ਪੈਣ ਤੇ ਜਿਹੜੀਆਂ ਜੱਜਮੈਂਟਸ ਆ ਉਹਨੂੰ ਕਿਸੇ ਤਰ੍ਹਾਂ ਦੇ ਨਾਲ ਆਪਣੇ ਪ੍ਰਭਾਵ ਦੇ ਅਧੀਨ ਲਿਆਂਦਾ ਜਾ ਸਕੇ, ਕਿਉਂਕਿ ਇਹ ਲੜਾਈ ਇੱਕ ਤਰ੍ਹਾਂ ਦੇ ਨਾਲ ਸੁਪਰੀਮੈਸੀ ਦੀ ਲੱਗ ਰਹੀ ਹੈ, ਜਿੱਥੇ ਇੱਕ ਪਾਸੇ ਤਾਂ ਸਰਕਾਰ ਆਪਣੇ ਆਪ ਨੂੰ ਸੁਪਰੀਮ ਦਿਖਾਣਾ ਚਾਹ ਰਹੀ ਹੈ ਓਵਰ ਦ ਜੁਡੀਸ਼ਰੀ, ਔਰ ਦੂਸਰੇ ਪਾਸੇ ਜਿਹੜੀ ਜੁਡੀਸ਼ਰੀ ਆ ਉਹ ਕਹਿੰਦੀ ਹੈ ਕਿ ਅਸੀਂ ਸੁਪਰੀਮ ਹੈ, ਕੋਈ ਵੀ ਕਾਨੂੰਨ ਜਿਹੜਾ ਸਹੀ ਨਹੀਂ ਲੱਗੂਗਾ ਉਹਨੂੰ ਅਸੀਂ ਕਿਸੇ ਵੀ ਤਰ੍ਹਾਂ ਰੋਕ ਲਾ ਸਕਦੇ ਹਾਂ, ਜਿਵੇਂ ਪਹਿਲਾਂ ਵੀ ਇਹ ਟਸਲ ਜਿਹੜੀ ਆ ਥੋੜੀ ਜਿਹੀ ਚੱਲੀ ਆ। ਸੋ ਇੱਕ ਤਾਂ ਗੈਰ ਸੰਵਿਧਾਨਿਕ ਕਿਹਾ ਜਾ ਰਿਹਾ ਹੈ, ਔਰ ਇੱਕ ਏਦਾਂ ਲੱਗਦਾ ਹੈ ਕਿ ਇਹ ਇੱਕ ਸੁਪਰੀਮੈਸੀ ਦੀ ਲੜਾਈ ਆ ਬਿਟਵੀਨ ਟੂ ਪਿਲਰਸ ਆਫ ਡੈਮੋਕ੍ਰੇਸੀ। ਸਰ ਦੇਖੋ, ਜਿਹੜੇ ਲੋਕ ਇਹਨੂੰ ਗੈਰ ਸੰਵਿਧਾਨਿਕ ਕਹਿ ਰਹੇ ਨੇ ਉਹ ਇਸ ਕਰਕੇ ਕਹਿ ਰਹੇ ਨੇ ਕਿਉਂਕਿ ਆਰਟੀਕਲ 24 ਦੇ ਵਿੱਚ ਜਿਹੜਾ ਕੰਸਲਟੇਸ਼ਨ ਵਰਡ ਸੀਗਾ ਉਹਨੂੰ ਸੁਪਰੀਮ ਕੋਰਟ ਨੇ ਇੰਟਰਪ੍ਰੇਟ ਕੀਤਾ ਵੀ ਉਹ ਕੰਕਰੈਂਸ ਹੈ, ਕੰਸਲਟੇਸ਼ਨ ਨਹੀਂ ਹੈ। ਸੋ ਕਨਸਟੀਟਿਊਸ਼ਨ ਨੂੰ ਉਸ ਹੱਦ ਤੱਕ ਟਿੰਕਰ ਕੀਤਾ ਗਿਆ। ਪਰ ਮੈਂ ਸਮਝਾਂਗਾ ਕਿ ਸਾਨੂੰ ਦੇਖਣਾ ਚਾਹੀਦਾ ਵੀ ਮੁਲਕ ਦੇ ਫਾਇਦੇ ਵਿੱਚ ਕੀ ਹੈ, ਕਿਉਂਕਿ ਜਦੋਂ ਅਸੀਂ ਕਨਸਟੀਟਿਊਸ਼ਨ ਬਣਾਈ ਉਦੋਂ ਅਸੀਂ ਅਜੇ ਇੰਨੇ ਮੈਚੁਰ ਡੈਮੋਕ੍ਰੇਸੀ ਨਹੀਂ ਸੀਗੇ, ਐਂਡ ਸਾਨੂੰ ਨਹੀਂ ਸੀ ਪਤਾ ਵੀ ਅਸੀਂ ਕਿਸ ਤਰ੍ਹਾਂ ਦਾ ਸਾਡਾ ਸਮਾਜ ਸਿਰਜਿਆ ਜਾਏਗਾ, ਕਿਉਂਕਿ ਅਸੀਂ ਇੱਕ ਤਰ੍ਹਾਂ ਦੀ ਗੁਲਾਮੀ ਚੋਂ ਨਿਕਲ ਰਹੇ ਸੀ। ਜਦੋਂ ਅਸੀਂ ਆਜ਼ਾਦ ਹੋਏ ਸਾਡੀ ਪ੍ਰੋਬਲਮਸ ਡਿਫਰੈਂਟ ਆ ਗਈਆਂ। ਹੁਣ ਜਦੋਂ ਬੀਜੇਪੀ ਵਾਲੇ ਪਹਿਲੀ ਵਾਰੀ ਪਾਵਰ 'ਚ ਆਏ ਨੇ ਵਾਜਪੇਈ ਤੋਂ ਬਾਅਦ, ਹੈ ਹੁਣ ਜਦੋਂ 8 ਸਾਲ ਪਹਿਲੇ ਜਾਂ ਜਿੰਨੇ ਸਾਲ ਪਹਿਲੇ ਵੀ, ਤਾਂ ਜਿਹੜੇ ਐਕਸ ਲਾਅ ਮਿਨਿਸਟਰ ਹੈਗੇ ਨੇ ਰਵੀ ਸ਼ੰਕਰ ਜੀ, ਉਹਨਾਂ ਨੇ ਇਹ ਗੱਲ ਕਹੀ ਕਿ ਪ੍ਰੀਐਂਬਲ ਵਿੱਚੋਂ ਸੈਕੂਲਰ ਵਰਡ ਹੀ ਕੱਢ ਦਿਓ, ਵੀ ਸੈਕੂਲਰ ਵਰਡ ਹੋਣਾ ਹੀ ਨਹੀਂ ਚਾਹੀਦਾ। ਸੋ ਸਾਰੇ ਲੋਕ ਜਾਣਦੇ ਨੇ ਵੀ ਜਿਹੜੀ ਬੀਜੇਪੀ ਦੀ ਪ੍ਰੈਜ਼ੈਂਟ ਓਰੀਐਂਟੇਸ਼ਨ ਹੈਗੀ ਹੈ, ਉਹ ਚਾਹੁੰਦੇ ਨੇ ਵੀ ਇਸ ਮੁਲਕ ਨੂੰ ਹਿੰਦੂ ਰਾਸ਼ਟਰ ਘੋਸ਼ਿਤ ਕੀਤਾ ਜਾਵੇ। ਹੁਣ ਹਿੰਦੂ ਰਾਸ਼ਟਰ ਘੋਸ਼ਿਤ ਕਰਨ ਲਈ ਉਹਨਾਂ ਨੂੰ ਕਨਸਟੀਟਿਊਸ਼ਨ ਚੇਂਜ ਕਰਨੀ ਪਏਗੀ, ਕਿਉਂਕਿ ਹਿੰਦੁਸਤਾਨ ਜਿਹਦਾ ਨਾਂ ਇੰਡੀਆ ਹੈ ਜਾਂ ਭਾਰਤ ਹੈ, ਕਨਸਟੀਟਿਊਸ਼ਨ 'ਚ ਹਿੰਦੁਸਤਾਨ ਵਰਡ ਤਾਂ ਕਿਧਰੇ ਆਇਆ ਹੀ ਨਹੀਂ। ਤਾਂ ਹੀ ਹਿੰਦੀ ਨੈਸ਼ਨਲ ਲੈਂਗੁਏਜ ਨਹੀਂ ਘੋਸ਼ਿਤ ਕੀਤੀ ਗਈ, ਕਿਉਂਕਿ ਰੀਜਨਲਿਜ਼ਮਸ ਨੂੰ ਜਿਹੜਾ ਹੈਗਾ ਅਹਿਮੀਅਤ ਦਿੱਤੀ ਗਈ। ਹੁਣ ਉਹ ਲੋਕ ਇਹ ਵੀ ਕਹਿੰਦੇ ਨੇ ਜੀ ਕਿ ਜਿਹੜੀ ਹੈ ਬਹਿਸ ਵੀ ਹਾਈ ਕੋਰਟਸ ਵਿੱਚ ਹਿੰਦੀ 'ਚ ਹੋਣੀ ਚਾਹੀਦੀ ਹੈ, ਸਾਰੀ ਜਜਮੈਂਟਸ ਵੀ ਹੋਣੀਆਂ ਚਾਹੀਦੀਆਂ ਨੇ, ਟਰਾਂਸਲੇਟ ਹੋਣੀ ਚਾਹੀਦੀ ਹੈ। ਉਹ ਈਵਨ ਇਹ ਕਹਿ ਰਹੇ ਨੇ ਜੀ ਕਿ MBBS ਦੀ ਪੜ੍ਹਾਈ ਵੀ ਹਿੰਦੀ 'ਚ ਹੋਣੀ ਚਾਹੀਦੀ ਹੈ। ਠੀਕ ਹੈ, ਭਾਸ਼ਾਵਾਂ ਦਾ ਅਹਿਮੀਅਤ ਹੈ, ਪਰ ਜਿਹੜੀ ਇੰਟਰਨੈਸ਼ਨਲ ਲੈਂਗੁਏਜ ਹੈ ਉਹ ਇੰਗਲਿਸ਼ ਹੈ। ਅੱਜ ਜਿਹੜਾ ਇੰਡੀਆ ਦਾ ਜਿਹੜਾ ਬੱਚਾ ਹੈਗਾ ਐਜ਼ ਅ ਸਟੂਡੈਂਟ ਜਦੋਂ ਬਾਹਰ ਜਾਂਦਾ ਹੈ ਜਾਂ ਐਜੂਕੇਸ਼ਨ ਲੈ ਕੇ ਜਦੋਂ ਬਾਹਰ ਐਡਜਸਟ ਹੁੰਦਾ ਹੈ, ਉਹਦੀ ਕੀਮਤ ਤਾਂ ਪੈ ਰਹੀ ਹੈ ਕਿਉਂਕਿ ਸਾਡੀ ਇੰਗਲਿਸ਼ ਦੇ ਵਿੱਚ ਐਜੂਕੇਸ਼ਨ ਹੈ। ਸੋ ਇਹ ਸੁਪਰੀਮੈਸੀ ਦੀ ਜਿਹੜੀ ਦੌੜ ਤਾਂ ਚੱਲ ਰਹੀ ਹੈ, ਇਹਦੇ 'ਚ ਕੋਈ ਦੋ ਰਾਇਆ ਨਹੀਂ। ਪਰ ਡੈਮੋਕ੍ਰੇਸੀ ਨੂੰ ਸਰਵਾਈਵਲ ਵਾਸਤੇ ਜੇ ਸਪੋਜ਼ ਜਿਹੜੀ ਹੈਗੀ ਹੈ ਸੁਪਰੀਮੈਸੀ ਜੁਡੀਸ਼ਰੀ ਦੀ ਹੋਵੇ, ਤੇ ਜੁਡੀਸ਼ਰੀ ਤਾਂ ਬੰਨੀ ਹੋਈ ਕਨਸਟੀਟਿਊਸ਼ਨ ਦੀ, ਜਦੋਂ ਕਿ ਪੋਲੀਟੀਸ਼ੀਅਨ ਕਨਸਟੀਟਿਊਸ਼ਨ ਦੇ ਬੰਨੇ ਨਹੀਂ ਹੋਏ। ਕਿਸ ਤਰ੍ਹਾਂ ਦੀ ਕ੍ਰਿਮੀਨਲ ਬੈਕਗ੍ਰਾਉਂਡ ਦੇ ਮੈਂਬਰ ਪਾਰਲੀਮੈਂਟ ਬਣ ਰਹੇ ਨੇ, MLA ਬਣ ਰਹੇ ਨੇ, ਉਹ ਨਾ ਕਾਨੂੰਨ ਬਣਾਉਣ ਨੂੰ ਤਿਆਰ ਨੇ ਇਸ ਤਰ੍ਹਾਂ ਦਾ ਕਿ ਜੀ ਇਹੋ ਜਿਹੇ ਕ੍ਰਿਮੀਨਲ ਬੈਕਗ੍ਰਾਉਂਡ ਵਾਲੇ ਬੰਦੇ ਜਿਹੜੇ ਹੈਗੇ ਨੇ ਇਲੈਕਸ਼ਨ ਨਹੀਂ ਲੜ ਸਕਦੇ। ਬਾਰ-ਬਾਰ ਸੁਪਰੀਮ ਕੋਰਟ ਨੇ ਕਿਹਾ ਤੁਸੀਂ ਇਸ ਤਰ੍ਹਾਂ ਦਾ ਕਾਨੂੰਨ ਬਣਾਓ। ਲੋਕ ਵੀ ਚਾਹੁੰਦੇ ਨੇ ਕ੍ਰਿਮੀਨਲਸ ਜਿਹੜੇ ਨੇ ਸਾਡੇ ਪਾਰਲੀਮੈਂਟੇਰੀਅਨਸ ਨਾ ਹੋਣ ਜਾਂ ਲੈਜਿਸਲੇਟਿਵ ਅਸੈਂਬਲੀਜ਼ ਨਹੀਂ ਹੋਣ, ਲੇਕਿਨ ਫਿਰ ਵੀ ਆ ਰਹੇ ਨੇ। ਸੋ ਲੋਕਾਂ ਦੀ ਨਹੀਂ ਚੱਲ ਰਹੀ। ਤਾਂ ਜੁਡੀਸ਼ਰੀ ਇੱਕੋ ਹੋਪ ਹੈ ਇੰਡੀਆ ਦੇ ਵਿੱਚ ਜਿਹੜੀ ਸਾਡੀ ਡੈਮੋਕ੍ਰੇਸੀ ਸਰਵਾਈਵ ਕਰ ਸਕਦੀ ਹੈ, ਜੇ ਜੁਡੀਸ਼ਰੀ ਜਿਹੜੀ ਹੈ ਉਹਦਾ ਠੀਕ ਕੰਟਰੋਲ ਹੋਵੇ। ਹਾਂ, ਮੈਂ ਨਹੀਂ ਕਹਿੰਦਾ ਕਿ ਹਾਵੀ ਹੋਵੇ, ਪਰ ਉਸ ਹੱਦ ਤੱਕ ਹਾਵੀ ਹੋਵੇ ਕਿ ਪੋਲੀਟੀਸ਼ੀਅਨਸ ਦੀ ਨਾ ਚੱਲੇ। ਜੇ ਪੋਲੀਟੀਸ਼ੀਅਨ ਦੀ ਚੱਲਣੀ ਸ਼ੁਰੂ ਹੋ ਜਾਏ ਤਾਂ ਫਿਰ ਜਿਹੜਾ ਅਨਾਰਕੀ ਹੋਏਗੀ। ਜਿਸ ਤਰ੍ਹਾਂ ਦੇ ਅਸੀਂ ਪੋਲੀਟੀਸ਼ੀਅਨਸ ਪੈਦਾ ਕਰ ਰਹੇ ਹਾਂ ਤੇ ਜਿਸ ਤਰ੍ਹਾਂ ਦੇ ਸਾਡੇ ਲੋਕ ਵੋਟਰਸ ਹੈਗੇ ਨੇ ਉਹ ਵੀ ਇਮੈਚੁਰ ਹੈਗੇ ਨੇ, ਜਿਹੜੇ ਜਾਤਾਂ ਦੇ ਨਾਮ ਤੇ, ਮਜ਼ਹਬਾਂ ਦੇ ਨਾਂ ਤੇ
ਤੇ ਇਹਨਾਂ ਗੱਲਾਂ ਤੇ ਛੋਟੀ ਛੋਟੀ ਗੱਲਾਂ ਦੀ ਹੱਦਾਂ ਦੇ ਵਿੱਚੋਂ ਹਾਲੇ ਨਿਕਲ ਨਹੀਂ ਸਕੇ, ਆਜ਼ਾਦੀ ਦਾ ਅਸਲ ਜਿਹੜਾ ਮੁੱਲ ਨਹੀਂ ਪਾ ਸਕੇ। ਸੋ ਇਸ ਕਰਕੇ ਮੈਨੂੰ ਇਹ ਲੱਗਦਾ ਹੈ, ਬੀਇੰਗ ਅ ਲਾਇਰ 35 ਸਾਲ ਦੇ ਤਜਰਬੇ ਤੋਂ ਮੈਂ ਸਮਝਦਾ ਵੀ ਜੁਡੀਸ਼ਰੀ ਅਗਰ ਥੋੜੀ ਬਹੁਤੀ ਹਾਵੀ ਵੀ ਹੋ ਜਾਏ ਤੇ ਉਹਦੇ 'ਚ ਕੋਈ ਕਸਰ ਨਹੀਂ, ਕੋਈ ਅਸਰ ਨਹੀਂ ਪਏਗਾ। ਇਹਨੂੰ ਆਪਾਂ ਇਸ ਤਰ੍ਹਾਂ ਵੀ ਦੇਖ ਸਕਦੇ ਹਾਂ ਕਿ ਅਗਰ ਬਾਈ ਚਾਂਸ ਇਹ ਚੀਜ਼ ਇਮਰਜ ਹੁੰਦੀ ਹੈ ਕਿ ਜਿਹੜੀ ਸਰਕਾਰ ਹੈ ਉਹਦਾ ਇੱਕ ਐਕਟਿਵ ਰੋਲ ਸਿਲੈਕਸ਼ਨ ਆਫ ਜੱਜਸ ਦੇ ਵਿੱਚ ਅਗਰ ਆਉਂਦਾ ਹੈ, ਤਾਂ ਕੀ ਆਪਾਂ ਸੁਪਰੀਮ ਕੋਰਟਸ ਨੂੰ, ਆਪਣੀਆਂ ਕਚਹਿਰੀਆਂ ਨੂੰ, ਕੋਰਟਸ ਨੂੰ ਇਸ ਨਿਗਾਹ ਨਾਲ ਦੇਖੀਏ ਕਿ ਇਹ ਵੀ ਹੋ ਸਕਦਾ ਹੈ ਕਿ ਸੀਬੀਆਈ ਵਾਂਗੂ, ਈਡੀ ਵਾਂਗੂ ਇੱਕ ਉਹ ਪਿੰਜਰੇ ਦਾ ਤੋਤਾ ਟਾਈਪ ਬਣਾਉਣ ਦੀ ਕੋਸ਼ਿਸ਼ ਹੋਵੇ ਤਾਂ ਕਿ ਵਰਤੀ ਜਾ ਸਕੇ ਲੋੜ ਪੈਣ ਦੇ ਉੱਤੇ? ਕੀ ਏਦਾਂ ਦੀ ਵੀ ਕੋਈ ਸੰਭਾਵਨਾ ਹੋ ਸਕਦੀ ਹੈ ਇਹਦੇ ਪਿੱਛੇ? ਦੇਖੋ, ਚਾਹੁੰਦੇ ਨੇ ਵੀ ਸਾਡੀਆਂ ਹਰੇਕ ਪੋਲੀਟੀਸ਼ੀਅਨ ਚਾਹੁੰਦਾ ਹੈ ਕਿ ਮੇਰਾ ਰਾਜ ਕਾਇਮ ਰਹੇ, ਮੇਰੀ ਕੁਰਸੀ ਬਣੀ ਰਹੇ। ਇੰਦਰਾ ਗਾਂਧੀ ਵੀ ਇਹੀ ਚਾਹੁੰਦੇ ਸੀ, ਥਾਂ ਥਾਂ ਐਮਰਜੈਂਸੀ ਲਗਾ ਦਿੰਦੀ ਸੀ ਹੈ ਜੀ, ਤੇ ਗਵਰਨਮੈਂਟ ਸਟਾਪਲ ਕਰ ਦਿੰਦੀ ਸੀਗੀ। ਉਹਨਾਂ ਸਾਰੇ ਉਹਨੂੰ, ਇੰਦਰਾ ਗਾਂਧੀ ਨੂੰ ਵੀ ਨੱਥ ਜਿਹੜੀ ਜੁਡੀਸ਼ਰੀ ਨਹੀਂ ਪਾਈ ਸੀ। ਸੋ ਇਹ ਜਿਹੜਾ ਹੈਗਾ ਸਮੇਂ ਦੇ ਨਾਲ, ਕਿਉਂਕਿ ਜਦ ਤੱਕ ਅਸੀਂ ਮੈਚਿਓਰ ਡੈਮੋਕ੍ਰੇਸੀ ਨਹੀਂ ਬਣ ਜਾਂਦੇ, ਹਾਲੇ ਅਸੀਂ ਮੈਚਿਓਰ ਨਹੀਂ ਹੋਏ। ਉਹਦੇ ਲਈ ਜਿਹੜਾ ਹੈਗਾ ਬੈਲੈਂਸ ਤਾਂ ਚਾਹੀਦਾ ਹੈ, ਲੇਕਿਨ ਜੇ ਉਹ ਬੈਲੈਂਸ ਥੋੜਾ ਟਿਲਟ ਵੀ ਹੋ ਜਾਏ ਜੁਡੀਸ਼ਰੀ ਵੱਲ, ਤਾਂ ਮੇਰਾ ਪਰਸਨਲ ਓਪੀਨੀਅਨ ਹੈ ਕਿ ਜੁਡੀਸ਼ਰੀ ਹੀ ਡੈਮੋਕ੍ਰੇਸੀ ਨੂੰ ਬਚਾ ਸਕਦੀ ਹੈ। ਤੇ ਜਿਹੜਾ ਹੈਗਾ ਇਸ ਕਰਕੇ ਬੜਾ ਜ਼ਰੂਰੀ ਹੈ। ਹਾਂ ਠੀਕ ਹੈ ਵੀ ਸਰਕਾਰ ਚਾਹੁੰਦੀ ਹੈ ਵੀ ਸਾਡੀ ਵੀ ਕੁਝ ਚੱਲੇ, ਤੇ ਕਿਧਰੇ ਬੈਠ ਕੇ ਕੋਈ ਕਾਮਨ ਫੀਲਡ ਜੇ ਨਿਕਲ ਸਕਦਾ ਹੈ ਤੇ ਉਹਦੇ ਲਈ ਗੱਲਬਾਤ ਤਾਂ ਜ਼ਰੂਰ ਕਰਨੀ ਚਾਹੀਦੀ ਹੈ। ਤੁਸੀਂ ਆਪਣੇ ਐਕਸਪੀਰੀਅੰਸ ਦੇ ਵਿੱਚੋਂ ਕੀ ਦੇਖਿਆ ਕਿ ਜੱਜਾਂ ਦੀ ਜਿਹੜੀ ਨਿਯੁਕਤੀ ਹੈ ਕਿਹੜੇ ਢੰਗ ਦੇ ਨਾਲ ਜਦੋਂ ਸਰਕਾਰ ਕਰਦੀ ਸੀ ਤੇ ਜਾਂ ਜਦੋਂ ਜੱਜਸ ਆਪਣੇ ਆਪ ਕਰਨ ਲੱਗੇ ਆ, ਤੁਹਾਨੂੰ ਕਿਹੜਾ ਬੈਟਰ ਲੱਗਿਆ ਜੀ? ਦੇਖੋ ਜੀ, ਮੈਂ 1986 ਚ ਵਕਾਲਤ ਕਰਨੀ ਸ਼ੁਰੂ ਕੀਤੀ ਹੈ, ਤੇ ਉਦੋਂ ਤੱਕ ਅਜੇ ਜਿਹੜਾ ਹੈਗਾ ਜੱਜਸ ਉਦੋਂ ਸਰਕਾਰ ਹੀ ਲਗਾਉਂਦੀ ਸੀ। ਤੇ ਇਹ ਅਸੀਂ ਬਿਲਕੁਲ ਨਹੀਂ ਕਹਿ ਸਕਦੇ ਵੀ ਸਰਕਾਰ ਦੇ ਲਗਾਏ ਹੋਏ ਜੱਜ ਬੈਟਰ ਸੀਗੇ ਕੁਆਲਿਟੀ ਵਾਈਜ਼ ਜਾਂ ਓਰੀਐਂਟੇਸ਼ਨ ਵਾਈਜ਼, ਇਹੋ ਜੀ ਗੱਲ ਨਹੀਂ ਹੈ। ਅੱਜ ਜਿਹੜੇ ਜੱਜ ਲੱਗ ਰਹੇ ਨੇ ਉਹ ਵੀ ਆਪਾਂ ਕਹਿ ਸਕਦੇ ਹਾਂ ਕਿ ਉਹਦੇ ਵਿੱਚ ਕੋਈ ਇੰਨੀ ਵੱਡੀ ਗੱਲ ਨਹੀਂ ਹੈਗੀ। ਪ੍ਰੋਬਲਮ ਕੀ ਹੈ ਮਨਵੀਰ ਜੀ, ਕਿ ਸਾਡੇ ਜਿਹੜਾ ਕਰੈਕਟਰ ਕ੍ਰਾਈਸਿਸ ਹੈ ਇੰਡੀਆ 'ਚ, ਅਸੀਂ ਉਸ ਬੰਦੇ ਨੂੰ ਜੱਜ ਲਗਾਉਂਦੇ ਆ ਜਿਹੜਾ ਬੰਦਾ, ਹੁਣ ਸਪੋਜ਼ ਇੱਕ ਜੱਜ ਕਿਸੇ ਨੂੰ ਜੱਜ ਲਗਾ ਰਿਹਾ, ਉਹ ਇਹ ਸੋਚਦਾ ਹੈ ਕਿ ਇਹ ਜਿਸ ਬੰਦੇ ਨੂੰ ਮੈਂ ਲਗਾ ਰਿਹਾ ਇਹ ਮੈਂ ਉਸ ਉਮਰ 'ਚ ਲਗਾਵਾਂ ਤੇ ਉਸ ਬੰਦੇ ਨੂੰ ਲਗਾਵਾਂ ਤਾਂ ਕਿ ਜਦੋਂ ਇਹ ਜਿਹੜਾ ਹੈਗਾ ਸੀਨੀਅਰ ਜੱਜ ਬਣ ਜੇ ਤਾਂ ਮੇਰੇ ਪੁੱਤਰ ਨੂੰ ਰਿਕਮੈਂਡ ਕਰੇ। ਇੱਕ ਮਾਫੀਆ ਤੋਂ ਆਪਰੇਟ ਕਰ ਰਿਹਾ। ਪਰ ਗੱਲ ਹੈਗੀ ਹੈ ਕਿ ਜੇ ਸਪੋਜ਼ ਉਹ ਮਾਫੀਆ ਆਪਰੇਟ ਕਰ ਰਿਹਾ ਤਾਂ ਮੈਨੂੰ ਇਹ ਲੱਗਦਾ ਹੈ ਵੀ ਚਲੋ ਤੁਸੀਂ ਬਣਾਣੇ ਵੀ ਹੈ, ਕਿਉਂਕਿ ਦੇਖੋ ਬਾਹਰ ਦੇ ਮੁਲਕਾਂ ਵਿੱਚ ਵੀ ਸਪਾਰਿਸ਼ ਵਰਡ ਨਹੀਂ ਚੱਲਦਾ। ਉੱਥੇ ਕਹਿੰਦਾ ਰੈਫਰੈਂਸ ਹੈ, ਡੂ ਯੂ ਹੈਵ ਐਨੀ ਰੈਫਰੈਂਸ? ਉਹ ਰੈਫਰੈਂਸ ਦਾ ਮਤਲਬ ਸਪਾਰਿਸ਼ ਹੀ ਹੁੰਦਾ ਹੈ ਵੀ ਤੁਸੀਂ ਉਹਨੂੰ ਜਾਣਦੇ ਹੋ, ਤੁਸੀਂ ਕਹਿ ਸਕਦੇ ਹੋ ਵੀ ਚੰਗਾ ਬੰਦਾ ਹੈ, ਤੇ ਇੱਥੇ ਵੀ ਲੋਕੀ ਰਿਕਮੈਂਡ ਕਰਦੇ ਨੇ। ਸੋ ਹਿਊਮਨ ਨੇਚਰ ਹੈ ਕਿ ਬੰਦਾ ਉਹਨੂੰ ਹੀ ਲਗਾਉਂਦਾ ਹੈ ਜਿਹੜਾ ਉਹਦੇ ਨੇੜੇ ਹੋਵੇ ਐਂਡ ਜਿਹੜਾ ਉਹਨੂੰ ਚੰਗਾ ਲੱਗਦਾ ਹੋਵੇ। ਪਰ ਇੰਡੀਆ ਦੇ ਵਿੱਚ ਸਾਡੇ ਜਿਹੜਾ ਹੈਗਾ ਉਹਨਾਂ ਐਥਿਕਸ ਨਹੀਂ ਹੈਗੇ, ਸੋ ਅਸੀਂ ਮਾੜੇ ਬੰਦੇ ਨੂੰ ਵੀ ਰਿਕਮੈਂਡ ਕਰ ਦਿੰਦੇ ਹਾਂ। ਜਿਹੜਾ ਬੰਦਾ ਕੰਮ ਕਰਨ ਜੋਗਾ ਨਹੀਂ ਹੈ, ਜਿਹਨੂੰ ਲਾਅ ਦਾ ਨਹੀਂ ਪਤਾ, ਜਾਂ ਜਿਹਦੇ ਕੋਲ ਪਾਵਰ ਨਹੀਂ ਹੈਗੀ ਟੂ ਰੀਅਲੀ ਡਿਸਾਈਡ ਅ ਮੈਟਰ। ਹੁਣ ਸਾਡੇ ਕਈ ਆਨਰੇਬਲ ਜੱਜਸ ਨੇ, ਬੜੇ ਅੱਛੇ ਵਕੀਲ ਸੀਗੇ, ਜਦੋਂ ਐਜ਼ ਅ ਜੱਜ ਬਹਿੰਦੇ ਨੇ ਉਹਨਾਂ ਦੇ ਅੱਗੇ ਕੇਸ ਦਿਓ ਤੇ ਕਦੀ ਉਹ ਸਿੱਧਾ ਤੁਰਨ ਲੱਗ ਪੈਣਗੇ, ਕਦੀ ਟੇਢਾ ਤੁਰਨ ਲੱਗ ਪੈਣਗੇ। ਦੇ ਆਰ ਨਾਟ ਡਿਸਾਈਸਿਵ, ਆਪਣੀ ਲਿਸਟ ਹੀ ਕੰਪਲੀਟ ਨਹੀਂ ਕਰ ਸਕਦੇ, ਬਟ ਉਹਨਾਂ ਨੂੰ ਲਾਅ ਦਾ ਪੂਰਾ ਗਿਆਨ ਹੈ। ਸੋ ਬੰਦਾ ਐਜ਼ ਅ ਜੱਜ, ਅੱਛਾ ਕਈ ਬੜੇ ਮੀਡੀਓਕਰ ਲਾਇਰਸ ਹੁੰਦੇ ਨੇ ਜਿਨ੍ਹਾਂ ਨੂੰ ਸਾਨੂੰ ਪਤਾ ਵੀ ਨਹੀਂ ਹੁੰਦਾ ਵੀ ਇਹ ਐਗਜ਼ਿਸਟ ਵੀ ਕਰਦੇ ਹਾਈ ਕੋਰਟ ਵਿੱਚ। ਜਦੋਂ ਜੱਜ ਬਣੇ ਵੀ ਫਾਊਂਡ them to be an excellent lawyers, excellent judges. So I mean to say there are no straight jacket formulas, but yes ਜਿਹੜੇ ਹੈਗਾ ਬੈਲੈਂਸ ਹੋਣਾ ਚਾਹੀਦਾ ਐਂਡ ਚੈੱਕਸ ਵੀ ਹੋਣੇ ਚਾਹੀਦੇ ਨੇ। ਕਿਸੇ ਵੀ ਅੰਗ, ਸਰਕਾਰ ਦੇ ਕਿਸੇ ਅੰਗ ਨੂੰ, ਡੈਮੋਕ੍ਰੇਸੀ ਦੇ ਕਿਸੇ ਅੰਗ ਨੂੰ ਦੂਸਰੇ ਤੇ ਹਾਵੀ ਨਹੀਂ ਹੋਣਾ ਚਾਹੀਦਾ। ਪਰ ਬਾਰ-ਬਾਰ ਇਹ ਕਹਿਣਾ ਜੀ ਕਿ ਮਤਲਬ ਕਿ ਸਰਕਾਰ ਹੈ ਤਾਂ ਦੱਸੇ ਵੀ ਜੇ ਤੁਸੀਂ ਜੱਜ ਨਹੀਂ ਲਗਾ ਰਹੇ, ਜੁਡੀਸ਼ਰੀ ਜੱਜ ਲਗਾ ਰਹੀ ਹੈ, ਤੇ ਉਹਦੀ ਪ੍ਰੋਬਲਮ ਕੀ ਆ ਰਹੀ ਤੁਹਾਨੂੰ? ਦੇਖੋ ਲਿਟੀਗੇਸ਼ਨ ਤਾਂ ਤੁਸੀਂ ਜੱਜ ਲਗਾ ਨਹੀਂ ਰਹੇ,
ਕੰਮ ਇੰਨਾ ਜ਼ਿਆਦਾ ਹੈ, ਲਿਟੀਗੇਸ਼ਨ ਇੰਨੀ ਜ਼ਿਆਦਾ ਹੈਗੀ ਕਿ ਡਿਸੀਜਨਸ ਹੋ ਨਹੀਂ ਰਹੀਆਂ। ਹੁਣ ਸਾਡੇ ਹਾਈ ਕੋਰਟ ਦੇ ਵਿੱਚ ਕੋਈ ਅਪੀਲ ਨਹੀਂ ਸੁਣੀ ਜਾ ਰਹੀ, ਕ੍ਰਿਮੀਨਲ ਅਪੀਲ। ਬੇਲਸ ਵੀ ਬਹੁਤ ਘੱਟ ਹੋ ਰਹੀਆਂ ਨੇ। ਜੱਜਸ ਇਸ ਸਾਲ 10 ਲੱਗੇ ਨੇ, ਪਿਛਲੇ ਸਾਲ 10 ਲੱਗੇ ਨੇ, ਐਂਡ ਇਸ ਸਾਲ 12 ਰਿਟਾਇਰ ਹੋ ਜਾਣੇ ਨੇ। ਨਾਮ ਰਿਕਮੈਂਡ ਨਹੀਂ ਤੁਸੀਂ ਕਰਦੇ, ਆਪਸ ਵਿੱਚ ਤੁਸੀਂ ਲੜੀ ਜਾਂਦੇ ਹੋ, ਲਿਟੀਗੇਸ਼ਨ ਵਧੀ ਜਾ ਰਹੀ ਹੈ, ਬੈਕਲੌਗ ਵਧੀ ਜਾ ਰਿਹਾ, ਆਮ ਬੰਦਾ ਤਾਂ ਪਿਸ ਰਿਹਾ। ਬਟ ਇਹ ਬਹਾਨਾ ਲੱਭਣਾ ਕਿ ਕਿਉਂਕਿ ਸਰਕਾਰ ਨਹੀਂ ਲਗਾ ਸਕਦੀ ਪਈ ਤੇ ਜੁਡੀਸ਼ਰੀ ਲਗਾ ਰਹੀ ਹੈ ਤੇ ਇਸ ਕਰਕੇ ਬੈਕਲੌਗ ਹੈ, ਗਲਤ ਹੈ। ਬੈਕਲੌਗ ਇਸ ਕਰਕੇ ਹੈ ਵੀ ਤੁਸੀਂ ਫਾਈਲਾਂ ਨਹੀਂ ਕੱਢਦੇ, ਤੁਸੀਂ ਚਾਹੁੰਦੇ ਹੋ ਸਾਡੇ ਬੰਦੇ ਪੈਣ ਤੇ ਤਾਂ ਅਸੀਂ ਫਾਈਲਾਂ ਕੱਢਾਂਗੇ, ਉਹ ਗੱਲ ਗਲਤ ਹੈ। ਜਦ ਤੱਕ ਇਹ ਚੀਜ਼ ਸੈਟਲ ਨਹੀਂ ਹੁੰਦੀ ਤਦ ਤੱਕ ਸਟੇਟਸ ਕੋ ਚੱਲਣਾ ਚਾਹੀਦਾ ਹੈ। ਨੰਬਰ ਆਫ ਅਪਾਇੰਟਮੈਂਟਸ ਜਿਹੜੀਆਂ ਤੁਹਾਡੇ ਕੋਲ ਫਾਈਲਾਂ ਪੈਂਡਿੰਗ ਪਈਆਂ ਤੁਹਾਨੂੰ ਕੱਢਣੀ ਚਾਹੀਦੀਆਂ। ਲੋਕ ਜਿਹੜੇ ਨੇ ਤੰਗ ਹੋ ਰਹੇ ਨੇ, ਐਂਡ ਜਦੋਂ ਸਿਸਟਮ ਵਿੱਚੋਂ ਲੋਕਾਂ ਦਾ ਵਿਸ਼ਵਾਸ ਉੱਠ ਜਾਂਦਾ ਹੈ ਤੇ ਅਨਾਰਕੀ ਹੁੰਦੀ ਹੈ, ਡੈਮੋਕ੍ਰੇਸੀ ਦਾ ਵੀ ਖਤਰਾ ਪੈਦਾ ਹੁੰਦਾ ਹੈ। तो इस करके काम करना चाहिए एंड दोनों ਨੂੰ ਬੈਠਣਾ ਚਾਹੀਦਾ। ਜੇ ਕੋਈ ਵਾਇਆ ਮੀਡੀਆ ਨਿਕਲ ਜਾਏ ਤਾਂ ਬੜੀ ਅੱਛੀ ਗੱਲ ਹੈ। ਆਲਮੋਸਟ ਆਖਰੀ ਸੈਗਮੈਂਟ ਸਰ, ਮੇਰਾ ਸਵਾਲ ਇਹੀ ਹੈ ਕਿ ਇਹਦਾ ਹੱਲ ਕੀ ਹੋਵੇ? ਕੀ ਤੁਹਾਨੂੰ ਲੱਗਦਾ ਹੈ ਕਿ ਆਪਣੀ ਸੁਪਰੀਮੇਸੀ ਕਾਇਮ ਕਰਨ ਲਈ, ਦਿਖਾਉਣ ਦੇ ਲਈ ਸਾਡੀ ਪਾਰਲੀਮੈਂਟ ਕੋਈ ਕਾਨੂੰਨ ਲਿਆ ਸਕਦੀ ਹੈ ਇੱਦਾਂ ਦਾ, ਜਿਹਦੇ ਨਾਲ ਇਸ ਚੀਜ਼ ਦਾ ਇੱਕ ਬੜਾ ਸੈੱਟ ਪੈਟਰਨ ਜਿਹੜਾ ਉਹ ਤੈਅ ਕਰ ਦਿੱਤਾ ਜਾਵੇ? ਕਿਉਂਕਿ ਇਹਦੇ ਵਿੱਚ ਵਾਰ-ਵਾਰ ਹਵਾਲਾ ਇਹੀ ਲਿਆ ਜਾਂਦਾ ਹੈ ਟਰਾਂਸਪੇਰੈਂਸੀ ਦਾ ਕਿ ਜਨਤਾ ਨੂੰ ਤਾਂ ਕੋਈ ਗੱਲ ਪਤਾ ਹੀ ਨਹੀਂ ਚੱਲਦੀ, ਜੱਜ ਆਪਸ ਦੇ ਵਿੱਚ ਹੀ ਆਪਣੀਆਂ ਨਿਯੁਕਤੀਆਂ ਕਰ ਲੈਂਦੇ ਨੇ। ਸੋ ਕੋਈ ਅਗਰ ਕਾਨੂੰਨ ਆਉਂਦਾ ਹੈ, ਤੁਹਾਨੂੰ ਲੱਗਦਾ ਕਿ ਉਹ ਫੇਵਰੇਬਲ ਹੋਏਗਾ ਭਾਰਤ ਦੇ ਲਈ? ਦੇਖੋ, ਕਾਨੂੰਨ ਤਾਂ ਉਹਨਾਂ ਨੇ ਪਹਿਲੇ ਲੈ ਕੇ ਆਏ ਸੀਗੇ, ਜਿਹੜੀ ਐਨਜੇਏਸੀ ਬਣਾਇਆ ਸੀਗਾ ਉਹ ਸੈਟੀਸਫਾਈਡ ਕਰਤਾ ਸੁਪਰੀਮ ਕੋਰਟ ਨੇ। ਸੋ ਲੜਨ ਨਾਲੋਂ ਚੰਗਾ ਹੈ ਕਿ ਬੈਠ ਕੇ ਇਹਦਾ ਹੱਲ ਲੱਭਣਾ ਪੈਣਾ। ਐਂਡ ਇਹ ਬਜਾਏ ਕਿ ਪਬਲਿਕ ਡੋਮੇਨ ਵਿੱਚ ਬਿਆਨ ਦੇਈ ਜਾਏ ਲਾਅ ਮਿਨਿਸਟਰ ਤੇ ਉਧਰੋਂ ਚੀਫ ਜਸਟਿਸ ਨੂੰ ਜਵਾਬ ਦੇਣਾ ਪਵੇ, ਇਸ ਨਾਲੋਂ ਚੰਗਾ ਹੈ ਕਿ ਇਹ ਬੈਠਣ, ਇੱਕ ਵਾਰੀ ਬੈਠਣ, 2 ਵਾਰੀ ਬੈਠਣ, 3 ਵਾਰੀ ਬੈਠਣ, ਦੇ ਸ਼ੁਡ ਸੌਰਟ ਇਟ ਆਊਟ। ਬਟ ਅਪਾਇੰਟਮੈਂਟ ਜਿਹੜੀ ਜੱਜਸ ਦੀ ਹੈਗੀ ਆ ਉਹਨੂੰ ਰੋਕਣਾ ਨਹੀਂ ਚਾਹੀਦਾ, ਕਿਉਂਕਿ ਜੇ ਕੋਈ 4-5 ਬੰਦੇ ਫालतू ਵੀ ਲੱਗ ਜਾਣ ਤੇ ਜੇ ਸੈਂਕੜੇ ਤੁਹਾਡੇ ਕੋਲ ਅਪਾਇੰਟਮੈਂਟਸ ਪੈਂਡਿੰਗ ਪਈਆਂ ਨੇ, ਫਾਈਲਸ ਪੈਂਡਿੰਗ ਪਈਆਂ, ਐਂਡ ਤੁਸੀਂ ਇਸ ਕਰਕੇ ਆਬਜੈਕਸ਼ਨ ਲਾ ਰਹੇ ਹੋ ਜੀ ਸੈਕਸ਼ੂਅਲ ਓਰੀਐਂਟੇਸ਼ਨ ਕਰਕੇ, ਤਾਂ ਤੁਸੀਂ ਆਪ ਨੰਗੇ ਹੋ ਰਹੇ ਹੋ। ਜੇ ਕਿਸੇ ਨੇ ਟਵੀਟ ਕੀਤਾ ਸੀਏਏ ਤੇ ਤਾਂ ਤੁਸੀਂ ਆਬਜੈਕਟ ਕੀਤਾ ਤੇ ਤੁਸੀਂ ਆਪ ਨੰਗੇ ਹੋ ਰਹੇ ਹੋ। ਸੋ ਚੀਫ ਜਸਟਿਸ ਨੇ ਠੀਕ ਕੀਤਾ, ਉਹਨੂੰ ਉਹ ਰਿਲੀਜ਼ ਕਰਕੇ ਬੈਕਫੁੱਟ ਤੇ ਕੀਤਾ ਗਵਰਨਮੈਂਟ ਨੂੰ, ਵੀ ਲੋਕਾਂ ਨੂੰ ਪਤਾ ਚੱਲੇ ਵੀ ਕਿਹੋ ਜਿਹੇ ਆਬਜੈਕਸ਼ਨ ਲਗਾ ਰਹੇ ਨੇ, ਇਹਨਾਂ ਨੂੰ ਆਬਜੈਕਸ਼ਨ ਹੈ ਕੀ ਹੈ। ਜਾਂ ਤਾਂ ਕੋਈ ਜਿਹੜਾ ਹੈਗਾ ਪੁਖਤਾ ਆਬਜੈਕਸ਼ਨ ਹੋਵੇ ਨਾ, ਸੱਚ ਆਬਜੈਕਸ਼ਨ ਵਿਚ ਆਰ ਇਰਰੈਲੇਵੈਂਟ ਐਂਡ ਫ੍ਰਿਵਲਸ, ਉਹ ਜਿਹੇ ਆਬਜੈਕਸ਼ਨ ਦੇ ਬੇਸ ਤੇ ਫਾਈਲਾਂ ਦੇ ਉੱਤੇ ਬੈਠੇ ਰਹਿੰਦੇ ਹੋ, ਅਪਾਇੰਟਮੈਂਟਸ ਨਹੀਂ ਕਰ ਰਹੇ। ਐਡਵੋਕੇਟ ਸਾਹਿਬ, ਇੱਕ ਆਮ ਲੋਕਾਂ ਦਾ ਸਵਾਲ ਬੜੀ ਲੇਮੈਨ ਭਾਸ਼ਾ ਦੇ ਵਿੱਚ, ਆਮ ਲੋਕ ਸੋਚਦੇ ਨੇ, ਉਹ ਜਿਹੜੇ ਸੱਥਾਂ 'ਚ ਬੈਠੇ ਨੇ, ਉਹ ਡਿਸਕਸ ਕਰਦੇ ਨੇ ਕਿ ਇਹ ਜਿਹੜੀ ਭਾਰਤ ਦੀ ਸਰਕਾਰ ਹੈ, ਮੋਦੀ ਸਰਕਾਰ ਹੈ, ਇਹ ਇਸ ਕਰਕੇ ਜੱਜਾਂ ਦੀ ਨਿਯੁਕਤੀਆਂ ਨੂੰ ਕੰਟਰੋਲ ਕਰਨਾ ਚਾਹੁੰਦੀ ਹੈ ਤਾਂ ਕਿ ਇਹ ਕੱਲ ਨੂੰ ਆਪਣੇ ਪੱਖ ਦੇ ਫੈਸਲੇ ਲਿਆ ਸਕੇ। ਜਿਵੇਂ ਕਿ ਦੇਸ਼ ਦੇ ਵਿੱਚ ਯੂਨੀਫਾਰਮ ਸਿਵਲ ਕੋਡ ਦੀਆਂ ਗੱਲਾਂ ਵੀ ਚੱਲਦੀਆਂ ਨੇ, ਬਹੁਤ ਏਦਾਂ ਦੇ ਸੈਂਸਿਟਿਵ ਮਸਲੇ ਆਉਂਦੇ ਨੇ, ਜਿਵੇਂ ਹਿਜਾਬ ਨੂੰ ਲੈ ਕੇ ਆਉਂਦਾ, ਜਿਹੜੇ ਕਿ ਆਪਣੇ ਸੈਕਟੇਰੀਅਨ ਐਂਗਲ ਦੇ ਨਾਲ ਜੁੜੇ ਹੋਏ, ਸੈਕਟੇਰੀਅਨ ਪੱਖ ਤੋਂ ਜੁੜੇ ਹੋਏ ਕੇਸ ਹੁੰਦੇ ਨੇ। ਕਿ ਇਹ ਆਮ ਲੋਕਾਂ ਦੇ ਵਿੱਚ ਜਿਹੜੀ ਇਹ ਭਾਵਨਾ ਹੈ ਕਿ ਸਰਕਾਰ ਇਸ ਕਰਕੇ ਜੱਜ ਲਾਉਣਾ ਚਾਹੁੰਦੀ ਹੈ ਤਾਂ ਕਿ ਉਹ ਆਪਣੇ ਫਾਇਦੇ ਦੇ ਜਿਹੜੇ ਫੈਸਲੇ ਨੇ ਉਹ ਕਰਵਾ ਸਕੇ, ਇਸ ਚੀਜ਼ ਨੂੰ ਤੁਸੀਂ ਕਿਵੇਂ ਸਮ ਅਪ ਕਰੋਗੇ? ਨਹੀਂ, ਇਹਦੇ ਵਿੱਚ ਕੋਈ ਦੋ ਰਾਇਆ ਨਹੀਂ ਕਿ ਜਿਹੜੀਆਂ ਸਰਕਾਰਾਂ ਹੈਗੀਆਂ ਨੇ, ਜਿਹੜੇ ਪੋਲੀਟੀਸ਼ੀਅਨ ਨੇ, ਉਹ ਇਸ ਕਰਕੇ ਹਾਵੀ ਹੋਣਾ ਚਾਹੁੰਦੇ ਨੇ ਵੀ ਸਾਡੇ ਲਗਾਏ ਹੋਏ ਜੱਜ ਸਾਡੀ ਓਰੀਐਂਟੇਸ਼ਨ ਦੇ ਹੋਣਗੇ, ਸਾਡੀ ਥਿੰਕਿੰਗ ਵਾਲੇ ਹੋਣਗੇ ਤੇ ਸਾਨੂੰ ਆਪਣੇ ਹੱਕ ਦੇ ਫੈਸਲੇ ਲੈਣ ਵਿੱਚ ਜਿਹੜੀ ਇਹ ਸਹੂਲਤ ਮਿਲੇਗੀ। ਇਹਦੇ 'ਚ ਕੋਈ ਦੋ ਰਾਇਆ ਨਹੀਂ। ਤਾਂ ਹੀ ਮੈਂ ਕਹਿੰਦਾ ਵੀ ਜੱਜਾਂ ਦੇ ਲਗਾਏ ਜੱਜ ਜ਼ਿਆਦਾ ਸੇਫ ਨੇ, ਬਸ਼ਰਤੇ ਕਿ ਜਿਹੜੇ ਜੱਜ ਸਰਕਾਰਾਂ ਲਗਾਉਣ, ਕਿਉਂਕਿ ਓਰੀਐਂਟੇਸ਼ਨ ਜਿਹੜੀ ਹੈਗੀ ਹੈ ਜੇ ਠੀਕ ਹੋਵੇ ਤੇ ਕਨਸਟੀਟਿਊਸ਼ਨ ਨੂੰ ਅਪਹੋਲਡ ਕਰਨਗੇ ਜੱਜ। ਜੇ ਓਰੀਐਂਟੇਸ਼ਨ ਹੋਵੇ ਕਿ ਮੈਂ ਜੀ ਫਲਾਂ ਸੈਕਟ ਨੂੰ ਭੁਗਤਣਾ ਤੇ ਉਹਦੇ ਨਾਲ ਜਿਹੜਾ ਹੈਗਾ ਕੱਲ ਨੂੰ ਚਾਂਸਸ ਹੈਗੇ ਨੇ ਕਿ ਡੈਮੋਕ੍ਰੇਸੀ ਨੂੰ ਖਤਰਾ ਹੋਵੇ ਇੰਡੀਆ ਦੇ ਵਿੱਚ। ਸੋ ਇਸ ਕਰਕੇ ਜੱਜਾਂ ਦੇ ਲਗਾਏ ਜੱਜ ਜਿਹੜੇ ਨੇ ਉਹ ਜ਼ਿਆਦਾ ਫਾਇਦੇਮੰਦ ਨੇ ਸਾਡੇ ਲਈ, ਸਿਸਟਮ ਲਈ, ਆਮ ਜਨਤਾ ਲਈ। ਤੇ ਉਹੀ ਸਾਨੂੰ ਜਿਹੜਾ ਹੈਗਾ ਐਂਡ ਲੋਕਾਂ ਦੀ ਧਾਰਨਾ ਠੀਕ ਹੈ ਕਿ ਸਰਕਾਰਾਂ ਚਾਹੁੰਦੀਆਂ ਸਾਡੇ ਮੁਤਾਬਿਕ ਫੈਸਲੇ ਹੋਣ। ਹੁਣ ਜਿਵੇਂ ਕਾਨੂੰਨਾਂ ਦੀ ਜਿਹੜਾ ਹੈਗਾ ਦੁਰਵਰਤਾ ਕੀਤੀ ਜਾਂਦੀ ਹੈ, ਡਰੈਕੋਨੀਅਨ ਲਾਜ਼ ਬਣਾਏ ਜਾਂਦੇ ਨੇ, ਯੂਆਪਾ ਹੋ ਗਿਆ, ਐਨਐਸਏ ਹੋ ਗਈ, ਉਧਰੋਂ ਐਨਆਈਏ ਬਣਾਤੀ, ਜਿੱਥੇ ਮਰਜ਼ੀ ਵੜ ਜਾਵੇ,
ਕੱਲ ਨੂੰ ਵਕੀਲਾਂ ਦੇ ਦਫ਼ਤਰਾਂ ਦੇ ਵਿੱਚ ਰੇਡ ਮਾਰੇ। ਉਹ ਚਾਹੁੰਦੇ ਨੇ ਵੀ ਸਾਡੇ ਅੱਗੇ ਕੋਈ ਵੀ ਖੜੇ ਨਾ, ਤੇ ਜਿਹੜਾ ਹੈਗਾ ਇਹ ਜੱਜ ਹੀ ਨੇ ਜਿਹੜੇ ਕਿ ਸਾਡੇ ਰਸਤੇ ਦੇ ਵਿੱਚ ਸਾਡੀ ਜਿਹੜੀ ਅਸੀਂ ਰਿਟ ਚਲਾਉਣਾ ਚਾਹੁੰਦੇ ਹਾਂ ਉਹਦੇ ਵਿੱਚ ਰੁਕਾਵਟ ਪੈਦਾ ਕਰਦੇ ਨੇ। ਤਾਂ ਉਹ ਤਾਂ ਕਰਕੇ ਸਰਕਾਰ ਚਾਹੁੰਦੀ ਵੀ ਸਾਡੇ ਕਹਿਣ ਤੇ ਜੱਜ ਲੱਗਣ ਤੇ ਜੋ ਅਸੀਂ ਚਾਹੀਏ ਉਹ ਹੋਵੇ। ਉਹ ਹੋਣਾ ਨਹੀਂ ਚਾਹੀਦਾ, ਉਹ ਡੈਮੋਕ੍ਰੇਸੀ ਲਈ ਖਤਰਾ ਹੈ। ਬੈਲੈਂਸ ਹੋਣਾ ਚਾਹੀਦਾ, ਹਾਵੀ ਕੋਈ ਵੀ ਨਹੀਂ ਹੋਣਾ ਚਾਹੀਦਾ। ਪਰ ਜੇ ਇਹ ਸਮਝਿਆ ਜਾਵੇ ਕਿ ਜੁਡੀਸ਼ਰੀ ਹਾਵੀ ਹੈ ਤੇ ਉਹਦੇ 'ਚ ਕੋਈ ਨੁਕਸਾਨ ਨਹੀਂ ਹੈ, ਕਿਉਂਕਿ ਡੈਮੋਕ੍ਰੇਸੀ ਵਿਲ ਬੀ ਸੇਫਰ ਇਨ ਦ ਹੈਂਡਸ ਆਫ ਜੁਡੀਸ਼ਰੀ, ਨਾ ਕਿ ਪੋਲੀਟੀਸ਼ੀਅਨਸ ਦੇ ਹੱਥ ਵਿੱਚ। ਤੁਸੀਂ 2 ਵਾਰੀ ਇਹ ਗੱਲ ਕਹੀ ਕਿ ਹਜੇ ਆਪਾਂ ਮੈਚੁਰ ਡੈਮੋਕ੍ਰੇਸੀ ਬਣ ਨਹੀਂ ਪਾਏ ਹੈਗੇ। ਮੈਂ ਚਾਹੁੰਦੀ ਸਰ ਥੋੜ੍ਹਾ ਜਿਹਾ ਇਹਨੂੰ ਇਲੈਬੋਰੇਟ ਕਰਕੇ ਸਮਝਾਇਆ ਜਾਵੇ। ਮਨਵੀਰ ਜੀ ਦੇਖੋ, ਅਸੀਂ ਜਿਹੜਾ ਹੈਗਾ ਨਾ, ਹੁਣ ਜੇ ਮੈਂ ਇੱਕ ਆਮ ਲਫ਼ਜ਼ਾਂ 'ਚ ਕਵਾਂ, ਹਾਲਾਂਕਿ ਟੌਪਿਕ ਨਾਲ ਜੁੜਿਆ ਨਹੀਂ ਹੈ ਕਿਉਂਕਿ ਮੈਂ ਇੱਕ ਮਨੁੱਖੀ ਅਧਿਕਾਰਾਂ ਦਾ ਕਾਰਕੁਨ ਹਾਂ, ਐਂਡ ਸਿੱਖ ਹੋਣ ਦੇ ਨਾਤੇ ਵੀ ਤੇ ਮਨੁੱਖੀ ਅਧਿਕਾਰ ਦਾ ਕਾਰਕੁਨ ਹੋਣ ਦੇ ਨਾਤੇ ਵੀ ਜਿਹੜਾ ਹੈਗਾ ਅਸੀਂ ਵੰਡੇ ਹੋਏ ਹਾਂ ਮਜ਼ਹਬਾਂ ਦੇ ਵਿੱਚ, ਜਾਤਾਂ ਵਿੱਚ, ਤੇ ਉਹਨਾਂ ਦੇ ਵਿੱਚ ਕਰਕੇ ਅਸੀਂ ਅਜੇ ਮੈਚੁਰ ਨਹੀਂ ਹੋ ਸਕੇ। ਨਾ ਅਸੀਂ ਅੱਛੇ ਮਨੁੱਖ ਬਣ ਸਕੇ ਤੇ ਨਾ ਅਸੀਂ ਅੱਛੇ ਧਾਰਮਿਕ ਬੰਦੇ ਬਣ ਸਕੇ। ਹੁਣ ਜਦੋਂ ਅਸੀਂ ਪਿੰਡਾਂ 'ਚ ਚਲ ਜਾਂਦੇ ਹੋ, ਮਾਫ ਕਰਨਾ, ਸ਼ਹਿਰ ਦੀ ਜ਼ਿੰਦਗੀ ਤਾਂ ਹੋਰ ਹੈ, ਤੁਸੀਂ ਪਿੰਡਾਂ ਵਿੱਚ ਚਲ ਜਾਓ, ਜਿਨ੍ਹਾਂ ਪਿੰਡਾਂ ਦੇ ਵਿੱਚ ਗੁਰਦੁਆਰੇ ਮਜ਼ਹਬਾਂ ਦੇ ਨਾਂ ਤੇ ਨੇ, ਜਿੱਥੇ ਕ੍ਰਿਮੇਸ਼ਨ ਗਰਾਊਂਡਸ ਨੂੰ ਸਾੜਨ ਵਾਸਤੇ ਬੰਦਾ ਜਿਹੜਾ ਹੈਗਾ ਉਹ ਵੀ ਮਜ਼ਹਬਾਂ ਨੇ ਵੰਡਿਆ ਹੋਇਆ ਹੈ। ਆਪਣੇ ਮਜ਼ਹਬ ਦੇ ਬੰਦੇ ਨੂੰ ਅਸੀਂ ਵੋਟ ਪਾਉਂਦੇ ਹਾਂ, ਆਪਣੇ ਧੜੇ ਦੇ ਬੰਦੇ ਨੂੰ ਅਸੀਂ ਵੋਟ ਪਾਉਂਦੇ ਹਾਂ, ਫਿਰ ਅਸੀਂ ਚਾਹੁੰਦੇ ਹਾਂ ਵੀ ਉਹ ਜਿਸ ਬੰਦੇ ਨੂੰ ਅਸੀਂ ਵੋਟ ਪਾਈ ਉਹ ਸਾਡੇ ਗਲਤ ਕੰਮ ਵੀ ਕਰਾਵੇ, ਤੇ ਅਸੀਂ ਅਜੇ ਮੈਚੁਰ ਨਹੀਂ ਹੋਏ। ਮੈਂ ਗੱਲ ਕਰ ਰਿਹਾ ਕਿਉਂਕਿ ਬੇਸਿਕ ਸਾਡੇ ਲੋਕ ਜਿਹੜੇ ਨੇ ਉਹ ਪਿੰਡਾਂ 'ਚ ਬੈਠੇ ਨੇ। ਐਂਡ ਜਦੋਂ ਮੈਂ ਉਹਨਾਂ ਨੂੰ ਦੇਖਦਾ ਬੀਇੰਗ ਲਾਇਰ, ਕਿਉਂਕਿ ਮੈਂ ਤਾਂ ਜਿਹੜਾ ਹੈਗਾ ਚੰਡੀਗੜ੍ਹ ਦਾ ਹੀ ਜੰਮਪਲ ਹਾਂ, ਸੋ ਮੇਰੀ ਜਿਹੜੀ ਓਰੀਐਂਟੇਸ਼ਨ ਡਿਫਰੈਂਟ ਹੈ। ਸੋ ਜਦੋਂ ਮੈਂ ਦੇਖਦਾ, ਉਹ ਜਦ ਤੱਕ ਲੋਕਾਂ ਦੇ ਵਿੱਚ ਜਿਹੜਾ ਹੈਗਾ ਇਸ ਗੱਲ ਦੀ ਜਿਹੜੀ ਹੈਗੀ ਹੈ ਦੂਰੀਆਂ ਕਿ ਫਲਾਣੇ ਜਾਤ ਦਾ ਹੈ, ਫਲਾਣੇ ਧਰਮ ਦਾ ਹੈ, ਇਹ ਖਤਮ ਨਹੀਂ ਹੁੰਦਾ, ਤਦ ਤੱਕ ਅਸੀਂ ਪ੍ਰੋਗਰੈਸ ਨਹੀਂ ਕਰ ਸਕਦੇ। ਤੇ ਇਹ ਗੱਲਾਂ ਜਿਹੜੀਆਂ ਨੇ, ਸੋਸ਼ਲ ਜਸਟਿਸ ਵੀ ਤਾਂ ਹੀ ਹੋ ਸਕਦਾ। ਹੁਣ ਗੱਲਾਂ ਅਸੀਂ ਵੱਡੀਆਂ ਕਰਦੇ ਹਾਂ ਅਸੀਂ, ਲੇਕਿਨ ਇੱਕ ਚੰਗੇ ਇਨਸਾਨ ਨਹੀਂ ਬਣ ਸਕੇ। ਤਾਂ ਹਰ ਬੰਦੇ ਨੂੰ ਆਪਣੇ ਧਰਮ ਲਈ ਪੱਕਾ ਹੋਣਾ ਚਾਹੀਦਾ, ਦੂਸਰੇ ਧਰਮ ਦਾ ਸਤਿਕਾਰ ਕਰਨਾ ਚਾਹੀਦਾ। ਤੇ ਮੈਂ ਤਾਂ ਇਹ ਸਮਝਦਾ ਤਾਂ ਹੀ ਇੱਕ ਅੱਛਾ ਜਿਹੜਾ ਸੰਸਾਰ ਸਿਰਜਿਆ ਜਾ ਸਕਦਾ। ਔਰ ਇਹੀ ਜਿਹੜੇ ਧਰਮ ਦੇ ਨਾਮ ਤੇ ਪਾੜੇ ਨੇ, ਇਹੀ ਆਪਣੀ ਪਾਰਲੀਮੈਂਟ ਦੇ ਅੰਦਰ ਤੱਕ ਗਏ ਹੋਏ ਨੇ। ਇਸੇ ਕਰਕੇ ਹੀ ਇਹ ਜਿਹੜੀਆਂ ਟਸਲਸ ਨੇ, ਉਹ ਪਾੜੇ ਜਿਹੜੇ ਪੰਚਾਇਤ ਤੋਂ ਸ਼ੁਰੂ ਹੋ ਕੇ ਪਾਰਲੀਮੈਂਟ ਤੱਕ ਜਾਂਦੇ ਨੇ, ਇਹ ਲੋਕਾਂ ਨੂੰ ਇਹ ਪਤਾ ਹੈ, ਉਹ ਚੋਂ ਨਿਕਲ ਨਹੀਂ ਰਹੇ। ਜਿਹੜੇ ਪੜ੍ਹ ਲਿਖ ਗਏ ਤੇ ਜਿਨ੍ਹਾਂ ਨੇ ਧਰਮਾਂ ਨੂੰ ਸਮਝ ਲਿਆ ਉਹੀ ਨਿਕਲ ਸਕੇ, ਪਰ ਉਹ ਜਿਹੜਾ ਹੈਗਾ ਪਿੰਡਾਂ ਚੋਂ ਨਿਕਲ ਕੇ ਉਹ ਬਾਹਰ ਜਾ ਚੁੱਕੇ ਨੇ। ਉਹਨਾਂ ਦਾ ਕੋਈ ਫਾਇਦਾ ਨਹੀਂ, ਜਾਂ ਤਾਂ ਉੱਥੇ ਹੀ ਉਹ ਵਸਦੇ ਤੇ ਬਾਕੀ ਦੇ ਬੰਦਿਆਂ ਨੂੰ ਵੀ ਅਪਲਿਫਟ ਕਰਦੇ। ਉਹ ਤਾਂ ਹੁਣ ਨਿਕਲ ਰਹੇ ਨੇ, ਕੋਈ ਬਾਹਰ ਦੇ ਮੁਲਕਾਂ ਚਲਾ ਗਿਆ, ਜਿਹੜਾ ਪੜ੍ਹ ਲਿਖ ਗਿਆ ਉਹਦਾ ਸਮਾਜ ਡਿਫਰੈਂਟ ਹੈ, ਜਿਹੜੇ ਵਿਚਾਰੇ ਪਿੰਡਾਂ 'ਚ ਰਹਿ ਰਹੇ ਨੇ ਉਹਨਾਂ ਦਾ ਸਮਾਜ ਡਿਫਰੈਂਟ ਹੈ। ਸੋ ਪਿੰਡਾਂ ਨੂੰ ਕਿਵੇਂ ਚੁੱਕਿਆ ਜਾਏ, ਮੈਂ ਉਹ ਗੱਲ ਕਹਿਣਾ, ਪੰਚਾਇਤ ਲੈਵਲ ਤੇ ਜਦੋਂ ਤੁਸੀਂ ਧੜਿਆਂ 'ਚੋਂ ਨਿਕਲੋਗੇ, ਧਰਮਾਂ ਤੋਂ ਨਿਕਲੋਗੇ, ਜਾਤੀਆਂ 'ਚੋਂ ਨਿਕਲੋਗੇ, ਉਦੋਂ ਹੀ ਤੁਸੀਂ ਜਿਹੜਾ ਹੈਗਾ ਪ੍ਰੋਗਰੈਸ ਕਰ ਸਕੋਗੇ, ਉਦੋਂ ਤੱਕ ਪ੍ਰੋਗਰੈਸ ਨਹੀਂ ਹੋਈ। ਜੀ ਸਰ, ਮੈਨੂੰ ਲੱਗਦਾ ਹੈ ਕਿ ਆਪਾਂ ਨੂੰ ਇਸ ਗੱਲ ਨੂੰ ਵਿਰਾਮ ਦੇਣਾ ਚਾਹੀਦਾ ਹੈ। ਬਾਕੀ ਚਰਚਾ ਨੂੰ ਕਿਸੇ ਹੋਰ ਐਪੀਸੋਡ 'ਚ ਆਪਾਂ ਕੰਟੀਨਿਊ ਰੱਖਾਂਗੇ। ਸਰ, ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ, ਆਪਣੇ ਵਿਚਾਰ ਸ਼ੇਅਰ ਕੀਤੇ, ਉਹਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਸਰ। ਸਤਿ ਸ਼੍ਰੀ ਅਕਾਲ ਜੀ, ਯੂ ਆਰ ਮੋਸਟ ਵੈਲਕਮ। ਸਤਿ ਸ਼੍ਰੀ ਅਕਾਲ।